ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤੇ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤੇ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪ੍ਰਕਰਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਇਹ ਜੋ ਦੋਹਰੇ 3 ਸ਼ਲੋਕ ਹਨ, 53 ਨੰਬਰ ਸ਼ਲੋਕ ਹੈ, 54 ਔਰ 55, ਇਹ 3 ਸ਼ਲੋਕ ਇੱਕੋ ਵਿਸ਼ੇ ਨਾਲ ਸੰਬੰਧਿਤ ਨੇ। 2 ਦਿਨਾਂ ਦੇ ਦੀਵਾਨ ਵਿੱਚ ਆਪਾਂ ਇਹਨਾਂ ਤਿੰਨਾਂ ਨੂੰ ਸਮਝਣ ਦਾ ਯਤਨ ਕਰਾਂਗੇ। 3 ਹਿੱਸਿਆਂ ਵਿੱਚ ਇਹ ਵਿਚਾਰ ਹੈ। ਕਿਸੇ ਬੰਧਨ ਵਿੱਚ ਪਏ ਹੋਏ ਵਿਅਕਤੀ ਦੀ ਗਾਥਾ ਹੈ ਜੋ ਥੱਕ ਚੁੱਕਾ ਹੈ, ਟੁੱਟ ਚੁੱਕਾ ਹੈ। ਜੀਵਨ ਸਾਰਾ ਹੀ ਸੰਕਟ ਨਾਲ, ਬੰਧਨ ਨਾਲ, ਰੁਕਾਵਟਾਂ ਨਾਲ ਘੇਰਿਆ ਹੋਇਆ। ਯਤਨ ਕਰਦਾ ਵੀ ਇਹ ਕੋਈ ਚੱਲਦਾ ਨਹੀਂ, ਉਪਾਅ ਕੋਈ ਕੰਮ ਨਹੀਂ ਕਰਦਾ, ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ, ਬੇਸਹਾਰਾ ਹੈ। ਪਹਿਲੇ ਹਿੱਸੇ ਵਿੱਚ ਉਸ ਦਸ਼ਾ ਨੂੰ ਬਿਆਨਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ, ਜਿਹੜਾ ਵਿਅਕਤੀ ਬਹੁਤ ਸਾਰੇ ਬੰਧਨਾਂ ਵਿੱਚ ਘੇਰਿਆ ਗਿਆ ਹੈ। ਫਿਰ ਇਸੇ ਦਸ਼ਾ ਵਿੱਚ ਅਰਦਾਸ ਨਿਕਲੀ, ਸਹਾਇਤਾ ਵਾਸਤੇ ਉਹ ਪੁਕਾਰਦਾ ਹੈ ਤੇ ਜਿੰਨਾ ਚਿਰ ਸੰਕਟ ਪੂਰਾ ਗਹਿਰਾ ਨਹੀਂ ਹੁੰਦਾ, ਉਹਨਾਂ ਚਿਰ ਪੁਕਾਰ ਉੱਠਦੀ ਨਹੀਂ।
ਇਹ ਦੂਜੇ ਹਿੱਸੇ ਵਿੱਚ ਜਿੰਨਾ ਚਿਰ ਰੁਕਾਵਟ ਪੂਰੀ ਤਰ੍ਹਾਂ ਨਹੀਂ ਬੰਦੇ ਨੂੰ ਘੇਰਦੀ, ਉਹਨਾਂ ਚਿਰ ਆਦਮੀ ਅਰਦਾਸ ਕਿਵੇਂ ਕਰੇ? ਲੋੜ ਹੀ ਨਹੀਂ ਤੇ ਅਰਦਾਸੀਆ ਕਿਵੇਂ ਹੋਵੇਗਾ? ਜ਼ਰੂਰਤ ਹੀ ਨਹੀਂ। ਅਰਦਾਸ ਤੇ ਤਾਂ ਹੀ ਕਰੇ ਨਾ ਜਿਵੇਂ ਪਾਣੀ ਮਿਲਿਆ ਨਹੀਂ ਤੇ ਪਾਣੀ ਨਾ ਮਿਲਣ ਕਰਕੇ ਪਿਆਸ ਨੇ, ਪਹਿਲਾਂ ਥੋੜ੍ਹੀ ਜਿਹੀ ਪਿਆਸ ਲੱਗਦੀ, ਆਦਮੀ ਪਾਣੀ ਮੰਗਦਾ, ਫਿਰ ਕਹਿੰਦਾ ਚਲੋ ਜੇ ਮਿਲ ਗਿਆ ਠੀਕ ਹੈ, ਨਹੀਂ ਤੇ ਕੋਈ ਗੱਲ ਨਹੀਂ। ਇਹ ਪੁਕਾਰ ਪਾਣੀ ਦੀ ਪੂਰੀ ਨਹੀਂ ਹੈ। ਉਹ ਕਹਿੰਦਾ ਜੇ ਮਿਲ ਗਿਆ ਤੇ ਠੀਕ, ਇੱਥੋਂ ਨਾ ਮਿਲਿਆ ਹੋਰ ਕਿਤੋਂ ਲੈ ਲਾਂਗੇ। ਇਹ ਕੋਈ ਪੁਕਾਰ ਪੂਰੀ ਪੱਕੀ ਨਹੀਂ। ਇਸ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਝੜ ਝੜ ਪਮਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੂੰ ਅਰਦਾਸ ਕਰਨ ਦੀ, ਪੁਕਾਰ ਕਰਨ ਦੀ ਜਾਚ ਨਹੀਂ ਆਈ, ਉਹ ਝੜ ਪੈਂਦੇ, ਡਿੱਗ ਪੈਂਦੇ ਨੇ। ਝੜ ਝੜ ਪਮਦੇ ਕੱਚੇ ਬਿਰਹੀ, ਕੱਚੇ ਦਾ ਅਰਥ ਜਿਨ੍ਹਾਂ ਵਿੱਚ ਕਚਿਆਈ, ਬਿਰਹੀ ਦਾ ਅਰਥ ਪਰਮਾਤਮਾ ਦੇ ਪ੍ਰੇਮੀ। ਕਹਿੰਦੇ ਉਹ ਝੜ ਪੈਂਦੇ ਨੇ, ਰਾਹ ਵਿੱਚ ਡਿੱਗ ਪੈਂਦੇ। ਕਿਉਂ ਡਿੱਗਦੇ ਨੇ? ਪਿਆਸ ਪੂਰੀ ਲੱਗੀ ਨਹੀਂ। ਵੈਸੇ ਕਹਿ ਰਹੇ ਨੇ ਪਰਮਾਤਮਾ ਨੂੰ ਕਿ ਤੂੰ ਸਾਨੂੰ ਮਿਲ, ਅਜੇ ਕਿਤੇ ਹੋਰ ਉਮੀਦ ਹੈ ਸੁੱਖ ਦੀ, ਅਜੇ ਕਿਤੇ ਹੋਰ ਕਿਤੇ ਧਿਆਨ ਲੱਗਾ ਵੀ ਜੇ ਨਾ ਹੋਏਗਾ ਉੱਥੋਂ ਪ੍ਰਬੰਧ ਕਰ ਲਾਂਗੇ। ਹੋਰ ਬਹੁਤ ਸਾਰੇ ਸਾਧਨ ਨੇ, ਨਾ ਸੁੱਖ ਮਿਲਿਆ ਨਾਮ ਵਿੱਚੋਂ, ਗੁਰੂ ਕੋਲੋਂ ਨਾ ਸੁੱਖ ਮਿਲਿਆ, ਮਾਇਆ ਜੂ ਹੈ, ਰਿਸ਼ਤੇਦਾਰ ਜੂ ਹੈਣ, ਬੜੇ ਸੰਬੰਧ ਨੇ ਪਰਿਵਾਰ ਦੇ, ਉੱਥੋਂ ਕੰਮ ਸਾਰ ਲਵਾਂਗੇ। ਪੁਕਾਰ ਕੱਚੀ ਹੈ, ਅਰਦਾਸ ਅੱਧੀ ਹੈ। ਤੇ ਜਿਸ ਵਕਤ ਪਾਣੀ ਦੀ ਪਿਆਸ ਪੂਰੀ ਨਾ ਹੋਵੇ, ਪਾਣੀ ਬੰਦਾ ਮੰਗਦਾ ਜ਼ਰੂਰ ਹੈ, ਅੰਦਰੋਂ ਨਹੀਂ ਮੰਗਦਾ। ਫਿਰ ਦਸ਼ਾ ਇਹ ਬਣੀ ਕਿ ਇੱਕ ਰੇਗਿਸਤਾਨ ਹੈ, ਰੇਤ ਦੇ ਟਿੱਲੇ ਨੇ ਚੌਹਾਂ ਪਾਸੇ, ਕਿਤੇ ਪਾਣੀ ਦੀ ਛਪੜੀ ਨਹੀਂ, ਕਿਤੇ ਦਰਿਆ ਨਹੀਂ, ਕਿਤੇ ਕੋਈ ਨਲਕਾ ਨਹੀਂ। ਪਿਆਸ ਬੜੀ ਲੱਗੀ। ਉਸ ਪਿਆਸ ਦੇ ਵਿੱਚ ਉਸ ਪਿਆਸੇ ਨੇ ਪਾਣੀ ਲੱਭਣਾ ਸ਼ੁਰੂ ਕੀਤਾ, ਪਰ ਮਿਲੇ ਕਿੱਥੋਂ? ਚੌਹਾਂ ਪਾਸੇ ਤੇ ਰੇਤ ਹੈ, ਹੋਰ ਕੁਝ ਹੈ ਹੀ ਨਹੀਂ। ਜਦੋਂ ਉਹਦੀ ਖੋਜ ਕਰ ਕਰਕੇ ਥੱਕ ਗਿਆ ਤੇ ਇੱਧਰੋਂ ਲੱਗਾ ਵੀ ਹੁਣ ਤੇ ਪਿਆਸ ਵੀ ਵੱਧ ਗਈ, ਹੁਣ ਤੇ ਮੌਤ ਆਏਗੀ। ਫਿਰ ਅੰਦਰੋਂ ਇੱਕ ਹੂਕ ਨਿਕਲਦੀ ਹੈ, ਅੰਦਰੋਂ ਗਹਿਰੇ ਥਾਂ ਤੋਂ ਆਵਾਜ਼ ਨਿਕਲਦੀ ਵੀ ਹੁਣ ਤੇ ਮੌਤ ਸਾਹਮਣੇ, ਮੈਂ ਪਾਣੀ ਨਾ ਮਿਲਿਆ ਤੇ। ਇਸ ਦਸ਼ਾ ਵਿੱਚ ਅਰਦਾਸ ਹੁੰਦੀ ਸਾਧ ਸੰਗਤ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਕੌਣ ਹੈ? ਜਨ ਉਹ ਹੈ ਜਿਹਨੂੰ ਦੂਜੀ ਛੋੜ ਕੁਆਟੜੀ, ਏਕ ਸਿਉ ਚਿਤ ਲਾਏ, ਦੂਜੇ ਭਾਵੇਂ ਨਾਨਕਾ ਵਹਿਣ ਲੁੜੰਦੜੀ ਜਾਏ। ਦੂਜੀ ਤੇ ਆਸ ਬਚੀਏ ਨਹੀਂ, ਹੈਣ ਸਾਰੇ ਕੋਲ, ਇਹ ਨੇ ਵੀ ਚਲੇ ਗਏ। ਇਹ ਬੜਾ ਔਖਾ ਹੈ ਸਾਧ ਸੰਗਤ। ਇਹ ਤੇ ਸਭ ਤੋਂ ਔਖੀ ਗੱਲ ਹੈ। ਸੰਸਾਰ ਕੋਲ ਹੋਵੇ ਤੇ ਸੰਸਾਰ ਤੋਂ ਬੰਦਾ ਨਿਰਾਸ਼ ਹੋ ਜਾਏ। ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹਦੇ ਵਿੱਚ ਇਹਦੇ ਤੇ ਜ਼ੋਰ ਦਿੰਦੀ ਏ। ਜਿਹੜੇ ਬੰਦੇ ਸੰਸਾਰ ਛੱਡ ਕੇ ਭੱਜੇ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਰੋਕ ਲਿਆ ਰਾਹ ਵਿੱਚ। ਫਰੀਦ ਸਾਹਿਬ ਉਹਨਾਂ ਦੇ ਰਾਹ ਵਿੱਚ ਖਲੋ ਗਏ। ਪੁੱਛਿਆ ਕਿੱਧਰ ਜਾ ਰਹੇ ਹੋ? ਕਹਿੰਦੇ ਜੰਗਲ ਵਿੱਚ। ਕਿਉਂ ਜਾ ਰਹੇ ਹੋ? ਕਹਿੰਦੇ ਸੰਸਾਰ ਦੀ ਆਸ ਟੁੱਟੇਗੀ ਤਾਂ ਹੀ ਰੱਬ ਦੀ ਆਸ ਜਾਗੇਗੀ ਨਾ। ਕਹਿੰਦੇ ਨਹੀਂ, ਗਲਤ ਹੈ। ਜੰਗਲ ਵਿੱਚ ਜਾਇਆ, ਸੰਸਾਰ ਨਹੀਂ ਤੁਹਾਡੇ ਤੋਂ ਛੁੱਟਣਾ। ਤੁਹਾਨੂੰ ਆਪਣੇ ਰਹਿਣ ਦਾ ਤਰੀਕਾ ਤਬਦੀਲ ਕਰਨਾ ਪਏਗਾ। ਕਹਿੰਦੇ ਤਰੀਕਾ ਕਿਹੜਾ? ਕਹਿੰਦੇ ਸੰਸਾਰ ਦੇ ਵਿੱਚ ਰਹਿ ਕੇ ਇੱਕ ਅਭਿਆਸ ਕਰੋ ਕਿ ਤੁਹਾਡਾ ਨਹੀਂ ਸੰਸਾਰ, ਤੁਹਾਡਾ ਇਹ ਹੈ ਨਹੀਂ, ਅਭਿਆਸ ਕਰੋ। ਉੱਥੇ ਜੰਗਲ ਵਿੱਚ ਵੀ ਸੰਸਾਰ ਨੇ, ਤੁਹਾਡੇ ਨੇ, ਨਾਲ ਹੀ ਚਲੇ ਜਾਣਾ। ਕਿਉਂਕਿ ਸੰਸਾਰ ਹੈ ਕਿ ਬੰਦੇ ਦਾ ਮਨ ਹੈ, ਮਨ ਹੀ ਤੇ ਸੰਸਾਰ ਹੈ। ਜੇ ਉੱਥੇ ਮਨ ਵਿੱਚ ਸੰਸਾਰ ਰਿਹਾ ਤੇ ਸੰਸਾਰ ਉੱਥੇ ਵੀ ਚਲਾ ਗਿਆ। ਜੇ ਤੀਰਥ ਤੇ ਨਾਲ ਮਨ ਉਹ ਹੀ ਚਲਾ ਗਿਆ ਜਿਹੜਾ ਘਰ ਸੀ, ਤੇ ਤੀਰਥ ਘਰ ਬਣ ਗਏ, ਗੁਰਦੁਆਰੇ ਘਰ ਬਣੇ, ਮੰਦਰ ਘਰ ਬਣੇ, ਮਸਜਿਦਾਂ ਘਰ ਬਣ ਗਈਆਂ। ਭੁੱਖੇ ਮੁੱਲਾਂ ਘਰੇ ਹੀ ਮਸੀਤ, ਮਸੀਤ ਘਰ ਬਣੀ, ਗੁਰਦੁਆਰਾ ਘਰ ਬਣ ਗਿਆ,
ਕਿਉਂ ਬਣਿਆ? ਉਹ ਮਨ ਜਿਹੜਾ ਘਰ ਵਿੱਚ ਰਹਿੰਦਾ ਸੀ, ਉਹ ਵਿਚਾਰ ਜਿਹੜੇ ਘਰ ਵਿੱਚ ਰਹਿੰਦਿਆਂ ਕਰਦੇ ਸਾਂ, ਉਹ ਸਾਰੇ ਦੇ ਸਾਰਾ ਜੀਵਨ ਅਸੀਂ ਇੱਥੇ ਲਾਗੂ ਕਰ ਦਿੱਤਾ। ਉਹ ਇਸ ਲਈ ਇਹ ਚੀਜ਼ਾਂ ਤੇ ਉਹੀ ਘਰ ਵਾਲੀਆਂ ਨੇ, ਹੋਰ ਕੀ ਹੁੰਦੀਆਂ ਨੇ? ਉਹੀ ਪੱਥਰ ਘਰ ਲੱਗਾ, ਉਹੀ ਇੱਥੇ ਲੱਗਾ, ਉਹੀ ਪ੍ਰਸ਼ਾਦਾ, ਉਹੀ। ਬਦਲਿਆ ਕੀ ਜੇ ਬੰਦੇ ਦਾ ਮਨ ਬਦਲਿਆ? ਕਹਿੰਦੇ ਵਿੱਚ ਰਹੋ ਤੇ ਮਨ ਨੂੰ ਬਦਲੋ। ਜਿੱਦਣ ਤੁਹਾਡਾ ਮਨ ਬਦਲ ਗਿਆ ਉਦੋਂ ਸੰਸਾਰ ਬਦਲ ਜਾਏਗਾ। ਮਨ ਨਹੀਂ ਬਦਲਿਆ ਤੇ ਸੰਸਾਰ ਕੋਈ ਨਹੀਂ ਬਦਲਦਾ। ਮਨ ਨਹੀਂ ਬਦਲਿਆ ਤੇ ਸਾਧ ਸੰਗਤ ਮੌਤ ਤੋਂ ਬਾਅਦ ਵੀ ਸੰਸਾਰ ਕੋਈ ਨਹੀਂ ਬਦਲਦਾ। ਇੱਥੇ ਤੇ ਸਾਰਾ ਕੁਝ ਹੈ ਨਾ ਸਾਡੇ ਕੋਲ। ਮਨ ਨਾ ਬਦਲਿਆ ਤੇ ਕਹਿੰਦੇ ਮਰ ਵੀ ਜਾਏ ਆਦਮੀ, ਮਰਨ ਤੋਂ ਬਾਅਦ ਫਿਰ ਉਹ ਸੰਸਾਰ ਖੜਾ ਕਰ ਲੈਂਦਾ ਹੈ। ਮਨ ਤੇ ਸਾਰਾ ਸੰਸਾਰ ਖੜਾ ਹੈ, ਹੋਰ ਕੋਈ ਸੰਸਾਰ ਨਹੀਂ ਹੈ। ਮਨ ਉਸ ਤਰ੍ਹਾਂ ਦਾ ਸੀ ਤੇ ਮੌਤ ਹੋ ਗਈ। ਮਨ ਨੇ ਨਵੀਂ ਦੁਨੀਆ ਉਹ ਹੀ ਲੱਭੀ ਜਿਹੜੀ ਉਹ ਚਾਹੁੰਦਾ ਸੀ, ਉੱਥੇ ਚਲਾ ਗਿਆ, ਉੱਥੇ ਖੋਜ ਕਰ ਲਈ। ਇਸ ਕਰਕੇ ਬੇਨਤੀ ਕਰ ਰਿਹਾ ਸਾਂ, ਫਰੀਦ ਸਾਹਿਬ ਇੱਕ ਬੰਦੇ ਨੂੰ ਰੋਕਦੇ ਨੇ, ਕਹਿੰਦੇ ਕਿੱਧਰ ਜਾ ਰਹੇ ਆ? ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ। ਆ ਜੰਗਲ ਦੇ ਕੰਢੇ ਤੈਨੂੰ ਮੋੜਦੇ ਨੇ, ਵਾਪਸ ਹੋ ਜਾ। ਕਿਉਂ ਮੋੜਦੇ ਨੇ? ਉੱਥੋਂ ਕੀ ਲੱਭਣ ਗਿਆ? ਸੁਖ ਲੱਭਣ ਗਿਆ, ਪਰਮਾਤਮਾ ਲੱਭਣ ਗਿਆ। ਪਰਮਾਤਮਾ ਦੇ ਕੀ ਅਰਥ ਨੇ? ਆਨੰਦ। ਪਰਮਾਤਮਾ ਦੇ ਕੀ ਅਰਥ ਨੇ? ਬਹੁਤੇ ਤੇ ਧਾਰਮਿਕ ਲੋਕ ਇਸ ਉਮੀਦ ਵਿੱਚ ਹੀ ਜੀਵਨ ਗੁਜ਼ਾਰ ਦਿੰਦੇ ਨੇ ਕਿ ਪਰਮਾਤਮਾ ਕਿਤੇ ਆਏਗਾ ਉੱਤੋਂ ਰੱਥ ਤੇ ਬਹਿ ਕੇ, ਹਾਰ ਲੈ ਕੇ ਗਲੇ ਵਿੱਚ ਪਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਹੋਰ ਕੁਝ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਦਾ ਦੂਜਾ ਰੂਪ ਪ੍ਰਗਟ ਹੋਣ ਦਾ ਕੀ ਹੈ? ਕਿਉਂਕਿ ਉਹ ਕੋਈ ਵਿਅਕਤੀ ਤੇ ਹੈ ਨਹੀਂ। ਪਰਮਾਤਮਾ ਦੇ ਜੇ ਕਿਤੇ ਰੂਪਮਾਨ ਦੱਸਿਆ ਵੀ ਪਰਮਾਤਮਾ ਨੂੰ, ਤੇ ਦੱਸਿਆ ਵੀ ਉਹ ਸਰੀਰ ਜਿਨ੍ਹਾਂ ਵਿੱਚ ਉਹ ਪ੍ਰਗਟ ਹੋ ਗਿਆ, ਉਹਨਾਂ ਦੀ ਨਿਸ਼ਾਨੀ ਕੀ? ਉੱਥੇ ਸੁੱਖ ਮਿਲਦਾ। ਕੋਲ ਬਵੋ ਜਾ ਕੇ ਸੰਸਾਰ ਟੁੱਟਣ ਲੱਗ ਪੈਂਦਾ, ਸੁੱਖ ਸ਼ੁਰੂ ਹੋ ਜਾਂਦਾ, ਆਨੰਦ ਆਉਣ ਲੱਗ ਪੈਂਦਾ। ਮਨ ਥੋੜ੍ਹਾ ਜਿਹਾ ਤਿਆਰ ਹੋਵੇ ਤੇ ਬਹੁਤਾ ਉੱਥੇ ਮਨ ਆਪੇ ਟਿਕ ਜਾਂਦਾ ਹੈ। ਪਰ ਕਹਿੰਦੇ ਨੇ ਉਹ ਆਨੰਦ ਹੈ। ਪਰਮਾਤਮਾ ਦੇ ਅਰਥ ਸੁੱਖ, ਪਰਮਾਤਮਾ ਦੇ ਅਰਥ ਆਨੰਦ। ਜਿੰਨਾ ਬੰਦਾ ਆਨੰਦ ਵਿੱਚ ਰਹਿਣ ਲੱਗ ਪਿਆ ਉਹਨਾਂ ਪਰਮਾਤਮਾ ਦੇ ਨੇੜੇ ਚਲਾ ਗਿਆ। ਆਨੰਦ ਸੁੱਖ ਇਹ ਬੜੀਆਂ ਡੂੰਘੀਆਂ ਅਵਸਥਾਵਾਂ ਨੇ ਮਨ ਦੀਆਂ। ਇਹ ਹੈ ਪਰਮਾਤਮਾ। ਕਹਿਣ ਲੱਗੇ ਉਹ ਤੇ ਤੇਰੇ ਹਿਰਦੇ ਵਿੱਚ ਵੱਸਦਾ, ਬਾਹਰ ਥੋੜ੍ਹੀ, ਕੰਡਿਆਂ ਵਿੱਚ, ਜੰਗਲਾਂ ਵਿੱਚ। ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ। ਕਹਿੰਦੇ ਵਸੀ ਰੱਬ ਹਿਆਲੀਆ। ਹਿਆਲੀਆ ਦਾ ਅਰਥ ਹਿਰਦਿਆ। ਤੇਰੇ ਹਿਰਦੇ ਦੇ ਵਿੱਚ ਵੱਸਦਾ। ਐਡਰੈਸ ਦੇ ਦਿੱਤਾ ਸਿੱਧਾ ਹੀ, ਬਿਲਕੁਲ ਨਾਂ ਪਤਾ, ਨੰਬਰ, ਗਲੀ ਸਭ ਦੱਸ ਦਿੱਤੇ। ਹੁਣ ਬੰਦਾ ਉੱਥੇ ਜਾਂਦਾ ਨਹੀਂ ਜਿੱਥੇ ਰੱਬ ਹੈ। ਇਹਦੀ ਬੰਦੇ ਦੀ ਮਜਬੂਰੀ ਨਹੀਂ ਕਿ ਉਹਨੂੰ ਰੱਬ ਮਿਲਦਾ ਨਹੀਂ, ਮਜਬੂਰੀ ਇਹ ਵੇ ਮਿਲਣਾ ਨਹੀਂ ਚਾਹੁੰਦਾ। ਇਹਦੀ ਮਜਬੂਰੀ ਹੈ ਕੌਣ ਛੱਡੇ ਆਪਣੇ ਆਪ ਨੂੰ, ਕੌਣ ਮਾਰੇ ਆਪਣੇ ਜੀਵਨ ਨੂੰ, ਕੌਣ ਮਾਰੇ ਆਪਣੀ ਹਉਮੈ ਨੂੰ, ਕੌਣ ਮਾਰੇ ਆਪਣੀ ਮਰਜ਼ੀ ਨੂੰ। ਬੰਦਾ ਸੋਚਦਾ ਹੈ ਬੜੀ ਮੁਸ਼ਕਲ ਨਾਲ ਸਰੀਰ ਮਿਲਿਆ ਹੈ, ਕਿਉਂ ਛੱਡਾਂ ਆਪਣੇ ਉਹਦੇ ਨੂੰ। ਘੱਟੋ ਘੱਟ ਆਦਮੀ ਤਾਂ ਹੈ ਨਾ, ਭਾਵੇਂ ਕਿਵੇਂ ਦਾ ਹਾਂ। ਤੇ ਰੱਬ ਮਿਲਣ ਦੇ ਅਰਥ ਨੇ ਮੈਂ ਨਹੀਂ। ਰਵਿਦਾਸ ਜੀ ਨੇ ਤਾਂ ਹੀ ਕਹਿ ਦਿੱਤਾ, ਜਬ ਹਮ ਹੋਤੇ ਤਬ ਤੂੰ ਨਾਹੀਂ। ਇਹ ਹੈ ਉਹਦੀ ਕੰਡੀਸ਼ਨ, ਇਹ ਉਹਦੀ ਸ਼ਰਤ ਹੈ ਕਿ ਜਦੋਂ ਉਹਨੂੰ ਕੋਈ ਮਿਲਦਾ ਉਹ ਆਪ ਨਹੀਂ ਬਚਦਾ, ਆਪ ਰਹਿੰਦਾ ਨਹੀਂ, ਸਾਰੇ ਥਾਂ ਤੇ ਉਹ ਹੀ ਭਰਪੂਰ ਹੋ ਜਾਂਦਾ। ਜਬ ਹਮ ਹੋਤੇ ਤਬ ਤੂੰ ਨਾਹੀਂ। ਫਿਰ ਕਹਿੰਦੇ ਅਬ ਤੂੰ ਹੀ ਮੈਂ ਨਾਹੀਂ। ਹੁਣ ਤੂੰ ਹੈ, ਹੁਣ ਮੈਂ ਰਿਹਾ ਨਹੀਂ। ਫਿਰ ਇਹ ਕੌਣ ਦੱਸ ਰਿਹਾ ਕਿ ਜਿਹੜਾ ਮੈਂ ਨਹੀਂ ਰਿਹਾ? ਇਹ ਸ਼ੁੱਧ ਆਪਾ ਹੈ। ਖਿਆਲ ਕਰਨਾ, ਨਾਮ ਬੰਦੇ ਦੇ ਸ਼ੁੱਧ ਆਪੇ ਨੂੰ ਨਹੀਂ ਮਾਰਦਾ, ਅਸ਼ੁੱਧ ਆਪੇ ਨੂੰ ਮਾਰਦਾ ਹੈ। ਬੰਦੇ ਦੇ ਅਸਲੀ ਰੂਪ ਨੂੰ ਨਾਮ ਨਹੀਂ ਮਾਰਦਾ। ਪਰਮਾਤਮਾ ਦਾ ਨਾਮ ਉਹਦੀ ਗੰਦਗੀ ਨੂੰ ਤੋੜ ਦਿੰਦਾ ਹੈ, ਉਹਦੇ ਹੰਕਾਰ ਨੂੰ, ਉਹਦੀ ਮੈਂ ਨੂੰ, ਉਹਦੀ ਈਰਖਾ ਨੂੰ, ਉਹਦੀ ਵਾਸ਼ਨਾ ਨੂੰ, ਉਹਦੇ ਕ੍ਰੋਧ ਨੂੰ ਮਾਰ ਦਿੰਦਾ। ਤੇ ਸ਼ੁੱਧ ਆਪਾ ਫਿਰ ਕਹਿੰਦਾ ਮੈਂ ਹੁਣ ਨਹੀਂ ਰਿਹਾ, ਉਹ ਖਬਰ ਦਿੰਦਾ। ਉਹਦੇ ਵਿੱਚੋਂ ਜਿਹੜਾ ਗਿਆਨ ਆਉਂਦਾ ਸ਼ੁੱਧ ਗਿਆਨ ਹੈ, ਬਾਕੀ ਸਾਰਾ ਅਸ਼ੁੱਧ। ਇਸ ਕਰਕੇ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ, ਜਦੋਂ ਅਸੀਂ ਸੀ,
ਅਸੀਂ ਕਿਵੇਂ ਸਾਂ? ਅਸੀਂ ਕਹਿੰਦੇ ਸਾਂ ਜਿੱਥੇ ਅਸੀਂ ਆ ਉੱਥੇ ਹੀ ਸਭ ਕੁਝ ਹੈ। ਜੇ ਮੈਂ ਨਾ ਹੋਇਆ ਤਾਂ ਪਰਿਵਾਰ ਕਿਵੇਂ ਚੱਲੇਗਾ? ਜੇ ਮੈਂ ਨਾ ਹੋਇਆ ਤਾਂ ਧਰਮ ਕਿਵੇਂ ਚੱਲੇਗਾ? ਜੇ ਮੈਂ ਨਾ ਹੋਇਆ ਤੇ ਫਿਰ ਕਿਵੇਂ ਚੱਲੇਗਾ ਸੰਸਾਰ ਦਾ ਕੰਮ? ਇਹਨੂੰ ਕਹਿੰਦੇ ਨੇ ਜਬ ਹਮ ਹੋਤੇ। ਜਿੰਨਾ ਚਿਰ ਇਹ ਪ੍ਰਵਿਰਤੀਆਂ ਰਹੀਆਂ ਰੱਬ ਉੱਥੇ ਨਹੀਂ, ਉੱਥੇ ਉਹਦੀ ਕੋਈ ਥਾਂ ਨਹੀਂ। ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ। ਉਦੋਂ ਤੂੰ ਇੱਥੇ ਸਾਡੇ ਕੋਲ ਨਹੀਂ ਸੀ, ਭਾਵੇਂ ਕੋਲ ਸੀ ਪਰ ਤੂੰ ਪ੍ਰਗਟ ਨਹੀਂ ਸੀ। ਅਬ ਤੂੰ ਹੀ ਮੈਂ ਨਾਹੀਂ, ਹੁਣ ਤੂੰ ਹੀ ਹੈ ਬਸ, ਮੈਂ ਰਿਹਾ ਹੀ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਅਨਲ ਅਗਮ, ਅਨਲ ਕਹਿੰਦੇ ਨੇ ਹਨੇਰੀ ਨੂੰ, ਹਵਾ ਨੂੰ। ਅਗਮ, ਜਦੋਂ ਹਨੇਰੀ ਚੱਲਦੀ ਏ ਤੇ ਸਮੁੰਦਰ ਤੇ ਲਹਿਰਾਂ ਬਣਦੀਆਂ ਨੇ, ਹਨੇਰੀ ਖਲੋਂਦੀ ਏ ਤੇ ਲਹਿਰਾਂ ਬੰਦ ਹੋ ਜਾਂਦੀਆਂ। ਛੱਲਾਂ ਜਿਸ ਨੂੰ ਕਹਿੰਦੇ ਨੇ। ਜਿਹੜਾ ਸਰੀਰ ਰੱਬ ਦੇ ਪਿਆਰ ਵਿੱਚ ਜੁੜ ਗਿਆ ਨਾ, ਖਿਆਲ ਉਹਦੇ ਵਿੱਚ ਵੀ ਆਉਂਦੇ ਨੇ। ਧਿਆਨ ਰੱਖਣਾ, ਇਹ ਨਹੀਂ ਵੀ ਉਹਦੇ ਵਿੱਚ ਖਿਆਲ ਨਹੀਂ ਆਉਂਦੇ। ਖਿਆਲ ਤੇ ਉਹਦੇ ਵਿੱਚ ਵੀ ਆਉਂਦੇ ਨੇ। ਕਦੋਂ ਆਉਂਦੇ ਨੇ? ਜਦੋਂ ਲੋੜ ਪੈਂਦੀ ਹੈ, ਥੋੜ੍ਹਾ ਜਿਹਾ ਹਨੇਰੀ ਚੱਲਦੀ ਅੰਦਰ ਤੇ ਖਿਆਲ ਪੈਦਾ ਹੋ ਜਾਂਦੇ ਨੇ, ਲਹਿਰਾਂ ਬਣ ਜਾਂਦੀਆਂ ਨੇ, ਤੇ ਨਾਲ ਹੀ ਹਨੇਰੀ ਬੰਦ ਹੋਈ ਤੇ ਨਾਲ ਹੀ ਸਮੁੰਦਰ ਬਣ ਗਿਆ, ਫਿਰ ਟਿਕ ਗਿਆ ਮਨ। ਉਹਨੂੰ ਕਹਿੰਦੇ ਨੇ ਅਨਲ ਅਗਮ ਜੈਸੇ ਲਹਿਰ ਮੈਂ ਓਦਦ। ਓਦਦ ਕਹਿੰਦੇ ਨੇ ਸਮੁੰਦਰ ਨੂੰ। ਜਿਵੇਂ ਲਹਿਰਾਂ ਸਮੁੰਦਰ ਵਿੱਚ ਉੱਠਦੀਆਂ ਨੇ, ਜਦੋਂ ਹਨੇਰੀ ਚੱਲਦੀ ਏ ਤੇ ਹਨੇਰੀ ਬੰਦ ਹੋਈ ਤੇ ਫਿਰ ਲਹਿਰਾਂ ਮਿਟ ਗਈਆਂ। ਗੁਰਮੁਖ ਨੂੰ ਲੋੜ ਪੈਂਦੀ ਏ ਤੇ ਸਾਹਮਣੇ ਵੇਖਦਾ ਵਿਚਾਰਾਂ ਉੱਠਦੀਆਂ ਨੇ। ਲੋੜ ਖਤਮ ਹੁੰਦੀ, ਹਨੇਰੀ ਬੰਦ ਹੋਈ ਤੇ ਨਾਲੇ ਵਿਚਾਰਾਂ ਖਤਮ। ਇਹ ਸਿਖਾਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਜ਼ਿੰਦਗੀ ਦਾ ਰਾਜ, ਜ਼ਿੰਦਗੀ ਦਾ ਤਰੀਕਾ। ਇਸ ਨੂੰ ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਫਿਰ ਇਹ ਸਾਨੂੰ ਸਾਰਾ ਕੁਝ ਇਉਂ ਲੱਗਦਾ ਕਿ ਮੈਂ ਹਾਂ, ਮੈਂ ਹਾਂ। ਕਿਉਂ ਹੁੰਦਾ? ਅੱਗੇ ਦੱਸਿਆ ਕਹਿੰਦੇ ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕਿਹਨੂੰ ਕਹਿੰਦਾ ਹੈ? ਭਰਮ ਨੇ ਕਹਿੰਦੇ ਨੇ ਝੂਠ ਨੂੰ ਮੰਨ ਲੈਣਾ, ਆਪਣੇ ਕੋਲੋਂ ਕਲਪਨਾ ਕਰ ਲੈਣੀ ਵੀ ਇਹ ਠੀਕ ਹੈ ਸਭ ਕੁਝ, ਉਹਨੂੰ ਕਹਿੰਦੇ ਨੇ ਭਰਮ। ਫਿਕਸਡ ਆਈਡੀਆ ਲਾ ਲੈਣਾ, ਆਪਣੇ ਆਪ ਹੀ ਸੋਚ ਲੈਣਾ ਵੀ ਆਹ ਰੱਸੀ ਪਈ, ਇਹਨੂੰ ਕਹਿ ਦੇਣਾ ਸੱਪ ਹੈ, ਸੱਪ ਨੂੰ ਕਹਿ ਦੇਣਾ ਰੱਸੀ ਹੈ। ਇਹ ਬੰਦੇ ਦੀ ਪ੍ਰਵਿਰਤੀ ਭਰਮ ਕਰਕੇ ਬਣਦੀ, ਭੁਲੇਖਿਆਂ ਕਰਕੇ, ਕਿ ਜੋ ਕੁਝ ਉਹ ਅੱਗੇ ਠੀਕ ਹੁੰਦਾ ਹੈ ਉਸ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਕੜੂਵੇ ਕੋ ਮੀਠਾ ਕਹੈ। ਕੌੜੇ ਨੂੰ ਮਿੱਠਾ ਕਹਿੰਦਾ, ਮਿੱਠੇ ਨੂੰ ਕੌੜਾ ਕਹਿੰਦਾ। ਜੋ ਕੁਝ ਇਹਦਾ ਆਪਣਾ ਹੈ ਉਹਦੇ ਬਾਰੇ ਬੜਾ ਸੁਸਤ ਹੈ, ਜੋ ਇਹਦੇ ਕੰਮ ਆਉਣਾ। ਸੱਚ ਜਾਣੋ, ਜਿਹਦੇ ਵਾਸਤੇ ਜਿਉਂ ਅਸੀਂ ਜਨਮ ਲਿਆ ਹੈ, ਹੋਸ਼ ਸੰਭਾਲੀ, ਅਜੇ ਅਸੀਂ ਆਪਣੇ ਆਪ ਜੋਗੇ ਨਹੀਂ ਹੋਏ ਤੇ ਮਾਤਾ ਪਿਤਾ ਨੇ ਸੋਰਸ਼ ਕਰਾ ਦਿੱਤੀ, ਬਿਮਾਰ ਨਾ ਕਿਤੇ ਹੋ ਜਾਏ। ਪ੍ਰਬੰਧ ਕੀਤਾ, ਕਾਹਦਾ? ਸਰੀਰ ਦਾ ਕੀਤਾ। ਜਿਉਂ ਹੋਸ਼ ਸੰਭਾਲੀ ਤੇ ਮਾਤਾ ਪਿਤਾ ਸੋਚਦੇ ਨੇ ਸਕੂਲ ਕਿਹੜੇ ਵਿੱਚ ਪੜ੍ਹਾਈਏ, ਜਿੱਥੇ ਤਨਖਾਹ ਚੰਗੀ ਲੱਗੇ ਪੜ੍ਹਨ ਤੋਂ ਬਾਅਦ। ਸਰੀਰ ਦਾ ਪ੍ਰਬੰਧ ਸਾਰਾ। ਫਿਰ ਬੱਚੇ ਨੇ ਉਧਰ ਸ਼ੁਰੂ ਕੀਤੀ ਪ੍ਰਵਿਰਤੀ, ਉਹ ਅੱਗੇ ਵੱਧਦਾ ਗਿਆ। ਉਹਨੇ ਜੋ ਕੁਝ ਆਪਣੀ ਜ਼ਿੰਦਗੀ ਵਿੱਚ 50, 60, 70 ਸਾਲ ਤੱਕ ਕੀਤਾ, ਉਹ ਸਾਰਾ ਉਹਦੇ ਵਾਸਤੇ ਨਹੀਂ ਸੀ, ਆਪਣੇ ਵਾਸਤੇ। ਉਹ ਸਾਰਾ ਕੁਝ ਉਹਦੇ ਸਰੀਰ ਵਾਸਤੇ ਸੀ। ਸਰੀਰ ਵਾਸਤੇ ਉਹਨੇ ਕਰ ਲਿਆ, ਆਪਣੇ ਆਪ ਵਾਸਤੇ ਰਹਿ ਗਿਆ। ਦੋ ਚੀਜ਼ਾਂ ਨੇ ਨਾ, ਖਿਆਲ ਰੱਖਣਾ। ਉਹਨਾਂ ਚਿਰ ਬੰਦਾ ਰੱਬ ਦੇ ਰਾਹ ਤੇ ਤੁਰੇ ਮੁਮਕਿਨ ਨਹੀਂ। ਪਹਿਲਾਂ ਇਹ ਗੱਲ ਸਮਝਣੀ ਪਏਗੀ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਇਹ ਸਾਡੇ ਸਰੀਰ ਦੇ ਕੰਮ ਹੈ, ਸਾਡੇ ਨਹੀਂ ਆਵੇਗਾ। ਸਾਡੇ ਲਈ ਹੋਰ ਚੀਜ਼ ਚਾਹੀਦੀ ਹੈ। ਉਹਨੂੰ ਕਹਿੰਦੇ ਨੇ ਭਰਮ ਪੈ ਗਿਆ। ਭਰਮ ਕੀ ਪਿਆ? ਜਿਹੜੀ ਚੀਜ਼ ਇਹਦੀ ਆਪਣੀ ਨਹੀਂ ਸੀ, ਆਹ ਸੰਸਾਰ, ਆਹ ਧਨ ਪਦਾਰਥ, ਜੋ ਕੁਝ ਵੀ ਦਿਸਣ ਵਾਲਾ ਹੈ ਇਹ ਸਰੀਰ ਨਾਲ ਜੁੜਿਆ ਹੋਇਆ ਸੀ। ਇਹਨੂੰ ਸੋਚ ਲਿਆ ਵੀ ਇਹ ਮੇਰਾ ਹੈ, ਤੇ ਜੋ ਇਹਦੇ ਕੰਮ ਆਉਣਾ ਸੀ ਉਹਨੂੰ ਸੋਚਿਆ ਹੈ। ਤੇ ਪੁਜਾਰੀਆਂ ਦਾ, ਭਾਈਆਂ ਦਾ, ਕਾਜ਼ੀਆਂ ਮੁੱਲਾਂ ਦਾ ਕੰਮ ਹੈ, ਪਾਠ ਅਸੀਂ ਥੋੜ੍ਹੀ ਕਰਨਾ ਹੈ। ਉਹ ਕਰਨ, ਆਪੇ ਪੈਸੇ ਦਿੱਤੇ ਨੇ, ਤਨਖਾਹ ਦਿਓ।
ਤੁਸੀਂ ਕਰੋ ਨਾਮ ਜਪੋ, ਅਸੀਂ ਥੋੜ੍ਹੀ ਜਪਣਾ ਨਾਮ। ਇਹ ਸਾਡਾ ਨਹੀਂ ਕੰਮ, ਸਾਡਾ ਕੰਮ ਹੋਰ ਹੈ। ਇਹਨੂੰ ਸਾਹਿਬ ਕਹਿੰਦੇ ਅੱਠੇ ਪਹਿਰ ਭੌਂਦਾ ਫਿਰੈ ਖਾਵਣ ਸੰਦੜੈ ਸੂਲ। ਅੱਠੇ ਪਹਿਰ ਲਾ ਦਿੰਦਾ ਸੰਸਾਰ ਤੇ। ਬੰਦਾ ਮੰਗਦਾ ਕੀ ਏ, ਬੰਦਾ ਕਰਦਾ ਕੀ। ਇੱਕ ਬੜੀ ਸੋਹਣੀ ਇੱਕ ਕਹਾਵਤ ਏ, ਮੈਂ ਸੁਣੀ, ਉਹ ਕੰਮ ਦੇਣ ਵਾਲੀ। ਉਹਦੇ ਵਿੱਚ ਕਿਹਾ ਹੈ, ਕੁਝ ਬਣਨ ਦੀ ਕੋਸ਼ਿਸ਼ ਨਾ ਕਰੋ, ਕੁਝ ਕਰਨ ਦੀ ਕੋਸ਼ਿਸ਼ ਕਰੋ। ਗੱਲ ਛੋਟੀ ਏ ਤੇ ਬਹੁਤ ਵੱਡੀ। ਬਣਨ ਦੀ ਕੋਸ਼ਿਸ਼ ਨਾਲੋਂ ਕਿ ਮੈਂ ਬਣਾ, ਕੱਲਾ ਇਹ ਨਹੀਂ ਕਿ ਮੈਂ ਟੀਚਰ ਬਣਾ, ਕਿ ਡਾਕਟਰ ਬਣਾ, ਕਿ ਕਥਾਵਾਚਕ ਬਣਾ, ਕਿ ਕੀਰਤਨੀਆਂ ਬਣ ਜਾ, ਇੱਥੋਂ ਤੱਕ ਬਣਨ ਦੀ ਸੀਮਤ ਨਹੀਂ। ਹਜ਼ੂਰ ਨੇ ਕਿਹਾ ਤੂੰ ਭਗਤ ਬਣਨ ਦੀ ਕੋਸ਼ਿਸ਼ ਨਾ ਕਰ, ਤੂੰ ਉਹ ਕੰਮ ਕਰ ਜਿਨ੍ਹਾਂ ਕੰਮਾਂ ਦੇ ਕੀਤਿਆਂ ਬੰਦਾ ਆਪੇ ਹੀ ਭਗਤ ਬਣ ਜਾਂਦਾ ਹੈ। ਫਰਕ ਬੜਾ ਹੈ। ਬਣਨ ਦੀ ਕੋਸ਼ਿਸ਼ ਵਿੱਚ ਤੂੰ ਤਾਕਤ ਲਾ ਦਿੱਤੀ, ਪਰ ਉਹ ਕੰਮ ਤੇ ਨਹੀਂ ਕੀਤੇ ਜਿਹਦੇ ਨਾਲ ਬੰਦਾ ਬਣਦਾ ਹੈ। ਉਹ ਕੰਮ ਵਿੱਚ ਹੀ ਛੱਡ ਦਿੱਤਾ। ਆਦਮੀ ਚਾਹੁੰਦਾ ਹੈ, ਕੀ ਚਾਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਕੋਲ ਆਇਆ, ਇੱਕ ਜਪਜੀ ਸਾਹਿਬ ਪੜ੍ਹਿਆ, ਅੰਮ੍ਰਿਤਸਰ ਜਾ ਕੇ ਆਇਆ, ਰੰਗ ਲੱਗ ਜਾਏ, ਧਿਆਨ ਇੰਨਾ ਜੁੜੇ ਵੀ ਰਸ ਹੀ ਆਈ ਜਾਏ, ਭੁੱਲ ਜਾਏ ਸਾਰਾ ਕੁਝ। ਕੋਈ ਚਿੰਤਾ ਨਾ ਅੰਦਰ ਵਿਆਪੇ, ਕੋਈ ਕਾੜਾ ਨਾ ਆਵੇ ਅੰਦਰ। ਬਸ ਜਦੋਂ ਬੈਠਾਂ ਚੌਂਕੜਾ ਮਾਰ ਕੇ ਧਰਮੀ ਬੰਦੇ ਦੇ ਬਣਨ ਦੀ ਇੱਛਾ ਹੈ, ਐਸਾ ਮਨ ਜੁੜੇ ਵੀ 1 ਘੰਟਾ ਧਿਆਨ ਲੱਗੇ, ਰਸ ਆਉਣ ਲੱਗ ਪਏ, ਮਨ ਟਿਕ ਜਾਏ। ਇਹ ਉਹਦੀ ਮੰਗ ਹੈ। ਤੇ ਉਹਨੂੰ ਆਦਮੀ ਜਦੋਂ ਪੁੱਛੇ ਇਸ ਰਸ ਨੂੰ ਲੈਣ ਵਾਸਤੇ ਟਾਈਮ ਕਿੰਨਾ ਕੱਢੇ, ਟਾਈਮ ਤੇ ਕਹਿੰਦੇ ਲੱਗਦਾ ਹੀ ਨਹੀਂ, ਟਾਈਮ ਹੈ ਹੀ ਕੋਈ ਨਹੀਂ। 8 ਘੰਟੇ ਉੱਥੇ ਕੰਮ ਕਰਨਾ ਹੈ, 6 ਘੰਟੇ ਉੱਥੇ ਕਰਨਾ ਹੈ, 2 ਘੰਟੇ ਵਿਆਹ ਸ਼ਾਦੀ ਤੇ ਜਾਣਾ ਹੈ, 4 ਘੰਟੇ ਮਿੱਤਰਾਂ ਨਾਲ ਗੱਲਾਂ ਕਰਨੀਆਂ ਨੇ, ਟਾਈਮ ਤੇ ਹੈ ਨਹੀਂ, ਕਰੀਏ ਕੀ? ਪਰ ਮਨ ਅਵਸਥਾ ਬਣਨੀ ਚਾਹੀਦੀ ਉੱਚੀ ਬ੍ਰਹਮ ਗਿਆਨ ਦੀ। ਮੈਂ ਬੇਨਤੀ ਕਰਾਂ, ਸਮਾਂ ਖਰਾਬ ਨਾ ਕਰਨਾ। ਜਿਸ ਕੰਮ ਤੇ ਬੰਦਾ ਟਾਈਮ ਨਹੀਂ ਲਾਉਂਦਾ ਉਹਦੀ ਕੋਈ ਆਸ ਨਾ ਕਰਨਾ। ਨਾ ਕਿਸੇ ਨੇ ਕੋਈ ਮੰਤਰ ਫੂਕਣਾ ਕੰਨ ਵਿੱਚ, ਨਾ ਕਿਸੇ ਨੇ ਸਿਰ ਤੇ ਹੱਥ ਰੱਖਣਾ। ਬੰਦੇ ਨੂੰ ਕਰਨਾ ਪੈਣਾ, ਗੱਲ ਸਾਫ਼ ਹੈ। ਜਿਹਦੇ ਤੇ ਸਮਾਂ ਲਾਵੇਗਾ ਹੋ ਜਾਣਾ। ਠੀਕ ਹੈ, ਗੁਰੂ ਘਰ ਨੇ ਇੱਕ ਆਸ ਬਣਾਈ ਹੈ ਕਿ ਬੰਦਾ ਜੁੜਿਆ ਰਵੇ। ਇਹ ਥੋੜੀਆਂ ਜਿਹੀਆਂ ਗੱਲਾਂ ਆਈਆਂ ਨੇ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। 1 ਮਿੰਟ ਵਿੱਚ ਵੀ, ਮਿੰਟ ਵੀ ਨਹੀਂ ਲੱਗਾ। ਗੁਰੂ ਸਾਹਿਬ ਕਹਿੰਦੇ ਦੇਵਤੇ ਬਣਾ ਦਿੱਤੇ। ਉਹ ਪਤਾ ਕਿਹਨਾਂ ਲਈ ਕਿਹਾ? ਅਸੀਂ ਪੰਕਤੀਆਂ ਆਪਣੇ ਨਾਲੋਂ ਜੋੜ ਲਈਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਉਹ ਦੇਵਤੇ ਉਹਨਾਂ ਨੂੰ ਬਣਾਇਆ ਜਿਨ੍ਹਾਂ ਨੇ ਜ਼ੋਰ ਲਾ ਲਾ ਕੇ ਡਿੱਗ ਪਏ। ਆ ਜਿਹੜੀ ਪੰਕਤੀ ਹੈ ਕਿ ਬਲ ਛੁਟਕਿਓ ਕਰ ਕਰਕੇ ਥੱਕ ਗਏ, ਕਰ ਕਰਕੇ ਥੱਕ ਗਏ। ਜਦੋਂ ਥੱਕ ਗਏ ਤੇ ਹੰਕਾਰ ਵੀ ਥੱਕ ਗਿਆ। ਅੰਦਰੋਂ ਆਵਾਜ਼ ਆਈ, ਮਣਾ ਨਾ ਤੇਰੇ ਪਾਠ ਨੇ ਕੁਝ ਕਰਨਾ, ਨਾ ਤੇਰੇ ਜਾਪ ਨੇ, ਨਾ ਤੇਰੀ ਸੇਵਾ ਨੇ। ਕੀਤੀ ਬੜੀ, 20 ਸਾਲ ਲਾ ਦਿੱਤੇ, ਕਰਨੀ ਪਏਗੀ। ਖਿਆਲ ਰੱਖਣਾ, ਬੰਦਾ ਥੱਕੇਗਾ ਹੀ ਨਹੀਂ ਜਿੰਨਾ ਚਿਰ ਕਰੇਗਾ ਨਹੀਂ। ਜਿੰਨਾ ਚਿਰ ਉਹ ਥੱਕਦਾ ਨਹੀਂ ਉਹਨਾਂ ਚਿਰ ਡਿੱਗੇਗਾ ਨਹੀਂ, ਉਹਨਾਂ ਚਿਰ ਗੁਰੂ ਨੇ ਸਹਾਇਤਾ ਨਹੀਂ ਕਰਨੀ। ਡਿੱਗੇ ਦੀ ਸਹਾਇਤਾ ਕਰਦਾ ਗੁਰੂ, ਉਹਨਾਂ ਚਿਰ ਉਹ ਸਹਾਇਤਾ ਨਹੀਂ ਕਰੇਗਾ, ਸਹਾਇਕ ਨਹੀਂ ਹੋਵੇਗਾ। ਕੀਤਾ, ਜਾਗ ਜਾਗ ਕੇ ਅੱਖਾਂ ਪੱਕ ਗਈਆਂ। ਇਹ ਕਰਨਾ ਪਿਆ ਨਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਵਿਚਰਾਤਾ ਹੂੰ ਕੇ ਸੰਗ ਲਾਗ। ਅੱਖਾਂ ਦਾ ਪਾਣੀ ਕਹਿੰਦੇ ਵਹਿ ਵਹਿ ਕੇ ਸੁੱਕ ਹੀ ਗਿਆ। ਉਹਦੀ ਯਾਦ ਵਿੱਚ ਪਾਣੀ ਨਹੀਂ ਆਉਂਦਾ, ਹੁਣ ਸੁੱਕ ਗਿਆ ਪਾਣੀ। ਇੰਨੀ ਘਾਲ ਕੀਤੀ, ਇੰਨੀ ਕਮਾਈ ਕੀਤੀ, ਕਰ ਕਰਕੇ ਥੱਕ ਗਿਆ ਆਦਮੀ। ਤੇ ਥੱਕਣ ਤੋਂ ਬਾਅਦ ਸੌਂ ਗਿਆ, ਥੱਕ ਕੇ ਟੁੱਟ ਕੇ, ਵੀ ਮੇਰੀ ਵਾਹ ਕੋਈ ਨਹੀਂ ਚੱਲਦੀ। ਕਿਸੇ ਨੇ ਪੁੱਛਿਆ ਸਤਿਗੁਰੂ ਨੂੰ ਤੁਹਾਨੂੰ ਕਦੋਂ ਪ੍ਰਾਪਤੀ ਹੋਈ ਏ? ਸਾਹਿਬ ਕਹਿੰਦੇ ਸੁੱਤਿਆਂ ਹੋਈ, ਜਾਗਦਿਆਂ ਨਹੀਂ। ਸੌਂ ਕੇ ਹੋਈ, ਜਾਗਦਿਆਂ ਨਹੀਂ। ਕਮਾਲ ਹੋ ਗਈ। ਕਹਿੰਦੇ ਉਹ ਜਾਗੋ ਤੇ ਮਿਲੇਗਾ,
ਆਪ ਕਹਿੰਦੇ ਸੁੱਤਿਆਂ ਹੋ ਗਈ। ਸਾਹਿਬ ਨੇ ਸਾਫ਼ ਕਿਹਾ, ਕਹਿੰਦੇ ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਫਿਰ ਮਿਲਿਆ। ਮਹਾਰਾਜ ਸਾਰੀ ਦੁਨੀਆ ਨੂੰ ਜਗਾਈ ਜਾਂਦੇ ਹੋ, ਆਪ ਕਹਿੰਦੇ ਹੋ ਸੌਂ ਕੇ ਮਿਲਿਆ। ਕਹਿੰਦੇ ਹਾਂ ਬਿਲਕੁਲ ਠੀਕ। ਸਾਹਿਬ ਨੇ ਕਿਹਾ, ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਨ ਦੇ ਨਾ ਲਹਣ, ਇੱਕ ਨਾ ਸੁੱਤਿਆਂ ਦੇ ਉਠਾਲ। ਹੁਣ ਇਹ ਜਿਹੜੀਆਂ ਤੁਕਾਂ ਨੇ ਨਾ ਕਿ ਸੁੱਤਿਆਂ ਨੂੰ ਆਪੇ ਉਠਾ ਕੇ ਮਿਲ ਪੈਂਦਾ। ਸੱਚ ਜਾਣੋ ਧਰਮ ਦੇ ਵਿੱਚ ਕੁਝ ਐਸੇ ਉਪਦੇਸ਼ ਨੇ ਜੇ ਯਤਨ ਹੋ ਸਕੇ ਤੇ ਸਾਰਿਆਂ ਨੂੰ ਨਾ ਸੁਣਾਏ ਜਾਣ। ਕਲਾਸਾਂ ਹੋਣ ਵੱਖਰੀਆਂ ਵੱਖਰੀਆਂ, ਬੰਦਾ ਪੜ੍ਹਦਾ ਕਿਹੜੀ 'ਚ ਉਹ ਵਿੱਦਿਆ ਮਿਲੇ ਉਹਨੂੰ। ਕਿਉਂਕਿ ਇਹ ਬੇਨਤੀ ਕਰਾਂ, ਬੰਦਾ ਆਲਸੀ ਬੜਾ ਹੈ, ਆਲਸੀ ਵੀ ਬੜਾ, ਤੇ ਜਿੰਨਾ ਬੰਦਾ ਆਲਸੀ ਹੋਵੇਗਾ ਉਹਨਾਂ ਲੋਭੀ ਹੋਵੇਗਾ, ਉਹਨਾਂ ਨਕਾਰਾ ਹੋਏਗਾ, ਕਰੇਗਾ ਕੁਝ ਨਹੀਂ, ਚਾਹੇਗਾ ਜ਼ਿਆਦਾ। ਆਲਸੀ ਬੰਦਾ ਇਸ ਤੁਕ ਨੂੰ ਬੜੀ ਛੇਤੀ ਫੜੇਗਾ ਵੀ ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਕਿਉਂ ਉੱਠੀਏ ਸਵੇਰੇ, ਕਿੱਥੇ ਲੱਭਾਂਗੇ ਗੁਟਕਾ ਸਾਹਿਬ। ਆ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਕੰਮ ਹੀ ਸੌਖਾ ਕਰ ਦਿੱਤਾ। ਕਹਿੰਦੇ ਸੌਂ ਜਾ ਲੈ ਕੇ ਖੇਸ ਚੰਗੀ ਤਰ੍ਹਾਂ ਵਲੇਟ ਕੇ, ਪਤਾ ਨਹੀਂ ਲੱਗਣਾ ਚਾਹੀਦਾ ਇੱਥੇ ਬੰਦਾ ਪਿਆ ਵੀ ਹੋਇਆ ਕਿ ਨਹੀਂ। ਸੂਰਜ ਚੜ੍ਹ ਗਿਆ, ਤਾਕੀਆਂ ਦੇ ਵਿੱਚੋਂ ਧੁੱਪ ਨਿਕਲ ਕੇ ਕਿਰਨਾਂ ਪਈਆਂ ਪੈਂਦੀਆਂ। ਕਿਸੇ ਕਿਹਾ ਉੱਠਿਆ ਕਿਉਂ ਨਹੀਂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੁੱਤਿਆਂ ਦੇ ਉਠਾਲ, ਆਪੇ ਸੁੱਤਿਆਂ ਨੂੰ ਆ ਕੇ ਮਿਲ ਪਏਗਾ ਠਾ ਕੇ। ਇਹ ਆਲਸੀ ਬੰਦੇ ਵਾਸਤੇ ਤੁਕ ਹੈ ਨਹੀਂ ਸੀ, ਇਹ ਕਿਹਨਾਂ ਵਾਸਤੇ ਸੀ? ਜਿਨ੍ਹਾਂ ਨੇ ਜਾਗ ਕੇ ਨੀਂਦ ਜਿਨ੍ਹਾਂ ਦੀ ਖਤਮ ਹੋ ਗਈ, ਪੱਕ ਗਈ ਨੀਂਦ, ਅੱਖਾਂ ਇੰਨੀਆਂ ਖੋਲ ਕੇ ਰੱਖੀਆਂ ਵੀ ਬੰਦ ਨਹੀਂ ਹੁੰਦੀਆਂ। ਇਹਨੂੰ ਕਿਹਾ ਕਿਸੇ ਸੱਜਣ ਨੇ, ਇਹ ਉਹਦੇ ਵਿੱਚ ਵਾਪਰ ਜਾਂਦਾ। ਕਿਹਨਾਂ ਵਾਸਤੇ ਕਿਹਾ? ਸੁੱਤਿਆਂ ਨੂੰ ਉਠਾਉਂਦਾ। ਇੱਕ ਬੜਾ ਸੋਹਣਾ ਫਿਕਰ ਹੈ, ਮੈਂ ਸਾਂਝਾ ਕਰਦਿਆਂ, ਜਿਹਦੇ ਵਿੱਚ ਇਸ ਅਵਸਥਾ ਦਾ ਬਿਆਨ ਕੀਤਾ ਗਿਆ ਹੈ। ਉਹਦੇ ਵਿੱਚ ਇੱਕ ਧਾਰਮਿਕ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ। ਜਿਹੜਾ ਪੁੱਤਰ ਕਹਿੰਦਾ ਕੀ ਨਿਸ਼ਾਨੀ ਹੈ ਸੁੱਤਿਆਂ ਨੂੰ ਜਦੋਂ ਜਗਾਉਂਦਾ, ਉਹ ਕੀ ਨਿਸ਼ਾਨੀ ਹੈ? ਤੇ ਉਹ ਜਵਾਬ ਦਿੰਦਾ, ਨੌ ਨਿਸ਼ਾਨੀ ਆਸ਼ਕਾਰਾਂ ਐ ਪਿਸਰ। ਪਿਸਰ ਦੇ ਅਰਥ ਨੇ ਪੁੱਤਰ। ਰੱਬ ਦੇ ਆਸ਼ਕਾਂ ਦੀਆਂ 9 ਨਿਸ਼ਾਨੀਆਂ ਨੇ। ਕਹਿੰਦੇ 9 ਨਿਸ਼ਾਨੀ ਆਸ਼ਕਾਰਾਂ ਐ ਪਿਸਰ। ਕਹਿੰਦੇ ਰੰਗ ਜ਼ਰਦ ਆਹੇ ਸ਼ਰਦ ਚਸ਼ਮ ਤਰ। ਰੰਗ ਜ਼ਰਦ, ਰੰਗ ਪੀਲਾ ਪੈ ਗਿਆ। ਜ਼ਰਦ ਦੇ ਅਰਥ ਨੇ ਪੀਲਾ। ਕਿਉਂ ਪਿਆ ਪੀਲਾ? ਪਰਮਾਤਮਾ ਦੀ ਯਾਦ ਵਿੱਚ ਰੋਟੀ ਖਾਣ ਦੀ ਯਾਦ ਭੁੱਲ ਗਈ, ਸਰੀਰ ਦੇ ਤੱਤ ਘਟ ਗਏ, ਖਾਣਾ ਪੀਣਾ ਚੇਤੇ ਨਹੀਂ ਰਹਿੰਦਾ। ਉਹਨੂੰ ਕਿਹਾ ਰੰਗ ਜ਼ਰਦ। ਫਿਰ ਕਹਿੰਦੇ ਆਹੇ ਸ਼ਰਦ। ਆਹੇ ਦਾ ਅਰਥ ਹੈ ਸਵਾਸ, ਸ਼ਰਦ ਦਾ ਅਰਥ ਹੈ ਪਰਮਾਤਮਾ ਦੀ ਯਾਦ ਵਿੱਚ ਖਿੱਚ ਕੇ ਸਵਾਸ ਲੈਂਦਾ, ਠੰਡੇ ਸਵਾਸ, ਹੌਕਿਆਂ ਦੇ ਸਵਾਸ ਲੈਂਦਾ। ਫਿਰ ਕਹਿੰਦੇ ਚਸ਼ਮ ਤਰ। ਚਸ਼ਮ ਕਹਿੰਦੇ ਵੈਸੇ ਚਸ਼ਮਾ ਅੱਖਾਂ ਨੂੰ, ਚਸ਼ਮਾ ਐਨਕ ਨੂੰ ਵੀ ਕਹਿੰਦੇ। ਚਸ਼ਮ ਦੇ ਅਰਥ ਨੇ ਅੱਖਾਂ, ਤਰ ਦਾ ਅਰਥ ਨੇ ਤਰ ਰਹਿੰਦੀਆਂ ਨੇ ਅੱਖਾਂ। ਰੰਗ ਜ਼ਰਦ ਆਹੇ ਸ਼ਰਦ ਚਸ਼ਮ ਤਰ। ਕਹਿਣ ਲੱਗੇ ਕੰਮ ਗੁਫਤਨੋ ਕੰਮ ਖੁਰਦਨੋ ਖਵਾਬੇ ਹਰਾਮ। ਇਹ 3 ਹੋਰ ਦਸੀਆਂ। ਕੰਮ ਗੁਫਤਨੋ, 4 ਬੰਦਿਆਂ ਦੇ ਵਿੱਚ ਬੈਠਾ, ਉਹ ਗੱਲਾਂ ਕਰਦੇ ਨੇ ਸੰਸਾਰ ਦੀਆਂ, ਪ੍ਰਾਪਰਟੀ ਦੀਆਂ। ਉਹ ਗੱਲਾਂ ਕਰੀ ਜਾਂਦੇ ਨੇ ਤੇ ਉਹਦਾ ਧਿਆਨ ਪਤਾ ਨਹੀਂ ਕਿੱਥੇ ਨਿਕਲ ਜਾਂਦਾ। ਉਹ ਫੜ ਕੇ ਹਿਲਾਉਂਦੇ ਨੇ, ਕਿੱਧਰ ਚਲਾ ਗਿਆ ਸਾਡੀ ਗੱਲ, ਕਿਆ ਗੁਜ਼ਰਿਆ। ਵਿੱਚ ਬੈਠਾ ਹੋਇਆ, ਵਿੱਚ ਧਿਆਨ ਨਹੀਂ ਗੱਲਾਂ ਦੇ। ਇਹਨੂੰ ਕਹਿੰਦੇ ਨੇ ਕੰਮ ਗੁਪਤ ਨੂੰ। ਬੋਲਦਾ ਨਹੀਂ ਕਿਸੇ ਨਾਲ। ਬੋਲੇ ਕਿਵੇਂ? ਕਿਸੇ ਹੋਰ ਦਰ ਤੇ ਖੜਾ ਹੈ, ਕੋਈ ਦਰਵਾਜ਼ਾ ਖੜਕਾ ਰਿਹਾ ਵੀ ਅੰਦਰੋਂ ਨਿਕਲੇ ਤੇ ਉਹਦੇ ਨਾਲ ਬੋਲਾਂ। ਇਸ ਕਰਕੇ ਦੁਨੀਆ ਨਾਲ ਬੋਲਣਾ ਘੱਟ ਹੋ ਗਿਆ। ਬੋਲਣਾ ਘੱਟ ਦੁਨੀਆ ਨਾਲ। ਕੰਮ ਗੁਫਤ ਨੂੰ। ਫਿਰ ਕਹਿੰਦੇ ਕੰਮ ਖੁਰਦਨੋ। ਖੁਰਦਨੋ ਦਾ ਅਰਥ ਹੈ ਖੁਰਾਕ। ਖੁਰਾਕ ਘਟ ਗਈ, ਖਾਣਾ ਪੀਣਾ ਘਟ ਗਿਆ। ਖਵਾਬੇ ਹਰਾਮ।
ख्वाब ਦਾ ਅਰਥ ਸੁਪਨਾ, ਇਹਦੇ ਅਰਥ ਨੇ ਨੀਂਦ। ਨੀਂਦ ਸੁਪਨਾ ਹੀ ਹੋ ਗਈ, ਕਦੀ ਕਦੀ ਆਉਂਦੀ ਬਸ। ਇਹ ਨੇ ਨਿਸ਼ਾਨੀਆਂ। ਚਾਹੁੰਦੇ ਹਾਂ ਭਾਈ ਮਣੀ ਸਿੰਘ ਵਾਲੀ ਅਵਸਥਾ, ਆਪਣੇ ਮੰਜੇ ਥੱਲੇ ਡੰਡਾ ਮਾਰ ਕੇ ਵੇਖੀਏ ਕੀ ਕੁਝ ਖਿਲਰਿਆ ਹੋਇਆ। ਇਹ ਨੇ ਉਹਨਾਂ ਦੇ ਜੀਵਨ। ਇਹ ਕੋਈ ਕਾਲਪਨਿਕ ਦੁਨੀਆ ਨਹੀਂ ਕਿ ਕੇਵਲ ਗੱਲਾਂ ਨਾਲ ਪਾਈ ਜਾ ਸਕਦੀ ਹੈ। ਇਹ ਸਾਧ ਸੰਗਤ ਮਨੁੱਖ ਨੂੰ ਮਰਨ ਤੋਂ ਪਹਿਲਾਂ ਮਰਨਾ ਪੈਂਦਾ। ਇੱਕ ਤਾਂ ਮੌਤ ਹੋ ਗਈ, ਗੱਲ ਖਤਮ। ਮੌਤ ਤੋਂ ਪਹਿਲਾਂ ਮੌਤ। ਧਰਮ ਦੇ ਕੀ ਅਰਥ ਨੇ? ਮੈਂ ਬੇਨਤੀ ਕਰਾਂ, ਸੱਚ ਇਹੀ ਹੈ। ਗੁਰੂ ਸਾਹਿਬ ਨੇ ਜਿਹੜੀ ਆਸ, ਇਹ ਗੱਲਾਂ ਘੱਟ ਕਹੀਆਂ ਵੈਸੇ, ਪਰ ਤਾਂ ਕਹੀਆਂ ਚਲੋ ਆਦਮੀ ਪਹਿਲੇ ਦਿਨ ਆਉਂਦਾ, ਕੋਈ ਡਰ ਹੀ ਨਾ ਜਾਏ ਕਿਤੇ। ਉਹ ਮੌਤ ਤੋਂ ਡਰਿਆ ਤੇ ਆਉਂਦਾ, ਉਹਨੂੰ ਕਹੋ ਪਹਿਲੇ ਦਿਨ। ਮੌਤ ਦੇ ਅਰਥ ਨੇ ਮੌਤ ਤੋਂ ਪਹਿਲਾਂ ਮੌਤ। ਧਰਮ ਦੇ ਇਹ ਅਰਥ ਬਣਦੇ ਨੇ। ਸਰੀਰ ਦੀ ਮੌਤ ਨਹੀਂ, ਪਾਪ ਦੀ ਮੌਤ, ਹੰਕਾਰ ਦੀ ਮੌਤ, ਈਰਖਾ ਦੀ ਮੌਤ, ਇਹਨੂੰ ਕਹਿੰਦੇ ਨੇ ਧਰਮ। ਉਹ ਅੰਦਰੋਂ ਮਰਨਾ ਸ਼ੁਰੂ ਹੋ ਜਾਏ। ਕੰਮ ਖੁਰਦਨੋਂ ਖੁਰਾਕ ਘਟ ਗਈ। ਇਹ ਨਹੀਂ ਬਈ ਵਰਤ ਰੱਖਿਆ, ਵੀ ਇੱਕ ਦਿਨ ਥੋੜ੍ਹਾ ਜਿਹਾ ਵਰਤ ਰੱਖ ਕੇ ਜਿਹੜਾ ਮਿਲਿਆ ਬਸ ਅੱਜ ਤੇ ਰੋਟੀ ਖਾਈ ਦੀ ਨਹੀਂ, ਬਸ ਘੱਟ ਬਹੁਤ ਖਾਈ ਦੀ ਹੈ। ਇਹ ਨਹੀਂ ਹੈ ਸਾਧ ਸੰਗਤ। ਇਹ ਫਿਲਮਾਂਕਣ ਹੈ, ਇਹ ਸੀਰੀਅਲ ਚੱਲ ਰਿਹਾ ਹੈ। ਦੱਸਣ ਦੀ ਉਹਨੂੰ ਜ਼ਰੂਰਤ ਨਹੀਂ ਹੈ। ਖਾਈ ਦਾ ਬਹੁਤ ਘੱਟ ਹੈ। ਤਾਂ ਉੱਥੇ ਇੱਕ ਦੋ ਥਾਵਾਂ 'ਤੇ 4 ਬੰਦਿਆਂ ਵਿੱਚ ਬਹਿ ਕੇ ਘੱਟ ਖਾ ਲਿਆ, ਤੇ ਘਰ ਆ ਕੇ ਆਉਂਦਿਆਂ ਸਾਰ ਕਿਹਾ ਜੀ ਲਿਆਓ ਥਾਲ ਭਰ ਕੇ, ਭੁੱਖ ਬਹੁਤ ਲੱਗ ਗਈ। ਇਸ ਤਰ੍ਹਾਂ ਦਾ ਨਹੀਂ। ਗੱਲ ਇਸ ਤਰ੍ਹਾਂ ਦੀ ਕਿ ਚੇਤਾ ਭੁੱਲ ਗਿਆ। ਬੜੇ ਲੋਕ ਨੇ ਜੁੱਤੀ ਲਾ ਕੇ ਗੁਰਦੁਆਰੇ ਆਉਂਦੇ ਨੇ, ਜੋੜਾ ਲਾ ਦਿੱਤਾ ਗੁਰ। ਇਹ ਸਾਰੇ ਰਿਵਾਜ ਨੇ ਸਾਧ ਸੰਗਤ। ਕਿਤੇ ਇਹ ਕਰਮ ਬੜਾ ਉੱਚਾ ਸੀ। ਮੈਂ ਬੇਨਤੀ ਕਰਾਂ, ਜੋੜਾ ਲਾ ਕੇ ਆਉਣਾ, ਘੱਟ ਖਾਣਾ, ਘੱਟ ਸੌਣਾ, ਬੜਾ ਉੱਚਾ ਕਰਮ ਸੀ ਇਹ। ਸੰਸਾਰ ਦਾ ਕੰਮ ਹੀ ਇਹ ਵੀ ਫੜ ਲਿਆ, ਕਰਮ ਕਰ ਲਿਆ, ਅੰਦਰ ਉਹਦੇ ਨਾਲ ਕੋਈ ਸਹਿਮਤੀ ਹੈ ਨਹੀਂ। ਜੋੜਾ ਲਾ ਕੇ ਆ ਰਿਹਾ। ਇਹ ਕਿੱਥੋਂ ਚੱਲਿਆ ਸੀ? ਜੋੜਾ ਲਾ ਕੇ ਕਿਉਂ ਚੱਲਿਆ? ਜੋੜਾ ਕਿਉਂ ਬੰਦਾ ਨੰਗੇ ਪੈਰੀਂ ਭੱਜਦਾ ਹੈ? ਨੰਗੇ ਪੈਰੀ ਉਦੋਂ ਭੱਜਦਾ ਹੈ ਜਦੋਂ ਉਹਦਾ ਕੋਈ ਬਹੁਤਾ ਨੁਕਸਾਨ ਹੋ ਜਾਏ। ਮੰਜੇ ਤੇ ਪਿਆ ਸੀ, ਬੈਠਾ ਸੀ, ਖਬਰ ਮਿਲੀ ਜੋੜਾ ਪਿਆ ਸੀ ਥੱਲੇ। ਪਤਾ ਲੱਗਾ। ਕੀ ਪਤਾ ਲੱਗਾ? ਕਿਸੇ ਨੇ ਆ ਕੇ ਬੜੀ ਕਾਹਲੀ ਨਾਲ ਕਿਹਾ ਕਿ ਤੁਸੀਂ ਆਰਾਮ ਪੈ ਕਰ ਦਿਓ, ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਜੇ। ਕਾਹਲੀ ਨਾਲ ਦੌੜਿਆ, ਭੱਜਿਆ, ਜੁੱਤੀ ਉੱਥੇ ਹੀ ਰਹਿ ਗਈ। ਨੰਗੇ ਪੈਰੀ ਦੌੜਦਾ ਜਾ ਰਿਹਾ ਹੈ। ਇਹ ਸੀ ਨੰਗੇ ਪੈਰੀ ਜਾਣਾ। ਕਿਤੇ ਅੰਦਰ ਪਿਆਰ ਜਾਗਿਆ ਗੁਰੂ ਦਾ, ਤੇ ਸਿੱਖ ਮੰਜੇ ਤੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਦ ਸੁਣੀ, ਆਵਾਜ਼ ਆ ਗਈ ਵੀ ਸਿੱਖਾ ਆਇਆ ਨਹੀਂ ਮਿਲਣ ਵਾਸਤੇ। ਤੇ ਉਤਰਿਆ ਮੰਜੇ ਤੋਂ, ਜੋੜਾ ਪਾਣਾ ਭੁੱਲ ਗਿਆ, ਦੌੜਦਾ ਜਾਂਦਾ ਮਿਲਣ ਵਾਸਤੇ। ਇਹ ਹੈ ਜੋੜਾ ਲਾ ਕੇ ਆਉਣਾ। ਇਹ ਤਾਂ ਸੀ। ਹੁਣ ਇੱਕ ਪਾਸੇ ਤੇ ਜੋੜਾ ਲਾਇਆ ਹੁੰਦਾ ਹੈ, ਇੱਕ ਪਾਸੇ ਮੇਕਅਪ ਇੰਨਾ ਕੀਤਾ ਹੁੰਦਾ ਜਿੰਨਾ ਕਲੱਬ ਵਿੱਚ ਵੀ ਨਹੀਂ। ਉਹ ਕਿਹੜੀ ਸਿੱਖੀ ਹੋਵੇਗੀ? ਕੋਈ ਗੁਰਸਿੱਖ ਪਿਆਰ ਵਿੱਚ ਆਵੇ, ਗੁਰੂ ਦੇ ਨੰਗੇ ਪੈਰ ਆਵੇ, ਪਿਆਰ ਵਿੱਚ ਆਵੇ, ਅੰਦਰੋਂ ਆਵੇ। ਹਜ਼ੂਰ ਕਹਿੰਦੇ ਤੇ ਪੈਰ ਧੋ ਕੇ ਪੀ ਲੈ, ਤੇਰਾ ਜੀਵਨ ਸਫਲ ਹੋ ਜਾਏਗਾ। ਇਹ ਕੁਝ ਕਰਮ ਸਨ। ਘੱਟ ਖਾਣਾ, ਵਰਤ ਨਹੀਂ ਰੱਖਣਾ ਸਿੱਖ ਨੇ। ਪਿਆਰ ਵਿੱਚ ਇੰਨਾ ਭਿੱਜਿਆ, ਪ੍ਰਸ਼ਾਦਾ ਖਾਣਾ ਭੁੱਲ ਗਿਆ। ਇਸ ਨੂੰ 9 ਨਿਸ਼ਾਨੀਆਂ ਵਿੱਚ ਵੰਡਿਆ ਹੈ। ਉਹ ਆਪਣੇ ਪੁੱਤਰ ਨੂੰ ਸਮਝਾ ਰਿਹਾ। ਫਕੀਰ ਕਹਿੰਦੇ 9 ਨਿਸ਼ਾਨੀ ਆਸ਼ਿਕਾਰਾਂ ਐ ਪਿਸਰ, ਰੰਗ ਜ਼ਰਦ ਆਹੇ ਸ਼ਰਦ ਖੁਆਬੇ ਹਰਾਮ। ਰੰਗ ਜ਼ਰਦ ਆਹੇ ਸ਼ਰਦ ਚਸ਼ਮ ਤਰ। ਫਿਰ ਕਹਿੰਦੇ ਕਮ ਗੁਫਤਨੋ ਕਮ ਖੁਰਦਨੋ ਖੁਆਬੇ ਹਰਾਮ। ਇਹ 6 ਹੋ ਗਈਆਂ ਨਿਸ਼ਾਨੀਆਂ ਰੱਬ ਦੇ ਪਿਆਰਿਆਂ ਦੀਆਂ। ਅੱਗੇ 3 ਹੋਰ ਦਸੀਆਂ। ਉਹ ਕਹਿੰਦੇ ਇੰਤਜ਼ਾਰੀ ਬੇਕਰਾਰੀ। ਇੱਕ ਇੰਤਜ਼ਾਰੀ, ਇੱਕ ਬੇਕਰਾਰੀ, ਦੋਵੇਂ ਵਿਰੋਧੀ ਚੀਜ਼ਾਂ।
ਜਿਵੇਂ ਇੱਕ ਪਾਸੇ ਅੱਗ ਬਲੇ ਤੇ ਇੱਕ ਪਾਸੇ ਬਰਫ਼ ਪਈ ਹੋਵੇ, ਬੜੀਆਂ ਵਿਰੋਧੀ। ਨਹੀਂ ਤੇ ਬੰਦਾ ਬੇਕਰਾਰੀ ਕਰਦਾ। ਬੇਕਰਾਰੀ ਦਾ ਅਰਥ ਹੈ ਕਾਹਲ ਕਰਨੀ, ਜਲਦੀ ਕਰਨੀ, ਵੀ ਹੁਣੇ ਹੋਵੇ ਹੁਣੇ ਹੋਵੇ। ਜੇ ਕਾਹਲ ਕਰਦਾ ਹੈ ਤੇ ਇੰਤਜ਼ਾਰ ਨਹੀਂ ਕਰਦਾ, ਉਹ ਕਾਹਲ ਜਿਹੜੀ ਫਿਰ ਖਰਾਬ ਕਰ ਦਿੰਦੀ ਹੈ। ਉਹ ਬੇਕਰਾਰੀ ਬੜੀ ਗਲਤ ਹੈ। ਤੇ ਜੇ ਇੰਤਜ਼ਾਰੀ ਕਰਦਾ ਹੈ, ਇੰਤਜ਼ਾਰ ਕਰਦਾ ਹੋ ਜਾਏਗਾ ਹੋ ਜਾਏਗਾ, ਫਿਰ ਅੰਦਰੋਂ ਕਾਹਲ ਖਤਮ ਹੋ ਗਈ, ਉਹ ਵੀ ਠੀਕ ਨਹੀਂ। ਦੋਵੇਂ ਇਕੱਠੀਆਂ ਕਹਿਣ ਲੱਗੇ ਅੰਦਰ ਪ੍ਰੇਮ ਵੀ ਰੱਖ ਤੇ ਅੰਦਰ ਇੰਤਜ਼ਾਰ ਵੀ ਰੱਖੀ, ਕਾਹਲਾ ਨਾ ਪਈ। ਦਰ ਤੇ ਬੈਠਾ ਰਹੋ, ਲਟਕਿਆ ਰਹੋ, ਦਰਵਾਜ਼ੇ ਤੇ ਬੈਠਾ ਰਹੋ ਤੇ ਆਪਣੇ ਆਪ ਨੂੰ ਮਾਰ ਕੇ ਬਹਿ ਜਾ। ਕਿਸੇ ਨੇ ਕਬੀਰ ਸਾਹਿਬ ਨੂੰ ਪੁੱਛਿਆ, ਜੁਗਤ ਕੋਈ ਦੱਸੋ, ਤਰੀਕਾ ਕੋਈ ਦੱਸੋ, ਕਿਉਂਕਿ ਜੁਗਤਾਂ ਦਾ ਆਦਮੀ ਖੋਜੀ ਰਿਹਾ, ਸ਼ੁਰੂ ਤੋਂ ਚਾਹੀਦੀ ਵੀ ਹੈ, ਜੁਗਤ ਲੱਭਦਾ ਰਿਹਾ। ਹੁਣ ਅੱਜ ਕੱਲ੍ਹ ਜੁਗਤਾਂ ਚੱਲੀਆਂ ਨੇ ਸਰੀਰ ਦੀਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਜੁਗਤਾਂ ਲਿਖੀਆਂ ਬੰਦੇ ਦੀ ਚੇਤਨਾ ਦੀਆਂ ਨੇ, ਮਨ ਦੀਆਂ ਨੇ। ਅੰਦਰੋਂ ਕਿਵੇਂ ਰਹਿਣਾ, ਕਿਹੜੀ ਜੁਗਤ ਹੈ ਅੰਦਰ ਦੀ। ਹੁਣ ਜੁਗਤਾਂ ਚੱਲੀਆਂ ਨੇ ਜੋਗ ਦੀਆਂ, ਜੁਗਤ ਦੀਆਂ, ਬਹਿਣਾ ਕਿਵੇਂ ਹੈ, ਹੱਥ ਕਿੱਥੇ ਰੱਖਣੇ ਨੇ, ਇਹ ਚੰਗੀਆਂ ਨੇ, ਮੈਂ ਇਹਦੇ ਵਿਰੋਧ ਵਿੱਚ ਨਹੀਂ ਹਾਂ, ਕੰਮ ਦੇ ਸਕਦੀਆਂ। ਪਰ ਇਹਨੂੰ ਨਾ ਸਮਝਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੁਗਤਾਂ ਇੱਥੇ ਆ ਗਈਆਂ। ਕਬੀਰ ਜੀ ਨੂੰ ਕਿਸੇ ਪੁੱਛਿਆ, ਕਹਿੰਦੇ ਜੁਗਤ, ਕਹਿੰਦੇ ਜੁਗਤ ਇਹ ਹੈ ਸੱਜਣਾ, ਦਰ ਤੇ ਬੈਠਾ ਰਹੋ, ਦਰਵਾਜ਼ਾ ਨਾ ਖੜਕਾਈ। ਕਹਿੰਦੇ ਇਹ ਵੀ ਕੋਈ ਗੱਲ ਹੈ, ਕਹਿੰਦੇ ਹਾਂ ਇਹ ਵੀ ਗੱਲ ਹੈ। ਦਰਵਾਜ਼ੇ ਤੇ ਬਹਿ ਜਾ, ਦਰਵਾਜ਼ਾ ਨਾ ਖੜਕਾਈ ਰੱਬ ਦਾ। ਕਹਿੰਦੇ ਫਿਰ ਕੀ ਹੋਏਗਾ। ਕਹਿਣ ਲੱਗੇ ਰੱਬ ਵੀ ਤੇ ਆਖਰ ਆਪਣੇ ਘਰੋਂ ਬਾਹਰ ਨਿਕਲਦੇ ਹੋਣਾ, ਇੱਕ ਸਾਈਡ ਤੇ ਲੰਮਾ ਪਿਆ ਰਹੋ, ਲੰਬਾ ਪਿਆ ਰਹੋ ਆਪਣੀ ਸਾਈਡ ਤੇ, ਕੋਲੋਂ ਲੰਘੇ ਆਵਾਜ਼ ਵੀ ਨਾ ਦਈ ਉਹਨੂੰ ਵੀ ਮੈਂ ਪਿਆ ਹੋਇਆ, ਕਿਉਂਕਿ ਉੱਥੇ ਫਿਰ ਬਿਮਾਰੀ ਸ਼ੁਰੂ ਹੋ ਜਾਣੀ। ਮੈਂ ਪਿਆ, ਬੰਦੇ ਨੂੰ ਹੰਕਾਰ ਦੋ ਤਰ੍ਹਾਂ ਦਾ। ਸਾਧ ਸੰਗਤ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਇੱਕ ਹੰਕਾਰ ਇਹ ਪਹਿਲਾਂ ਜਦੋਂ ਬੰਦਾ ਜਗਿਆਸੂ ਨਹੀਂ ਹੁੰਦਾ ਧਰਮ ਦਾ, ਉਹ ਹੰਕਾਰ ਉਹਨੂੰ ਦਿਸਦਾ ਹੈ, ਫਿਰ ਉਹ ਜਗਿਆਸੂ ਬਣ ਕੇ ਆਉਂਦਾ ਹੈ ਤੇ ਧਰਮ ਕਮਾਉਣ ਲੱਗ ਪੈਂਦਾ। ਬਾਣੀ ਪੜ੍ਹੀ, ਸਿਮਰਨ ਕੀਤਾ, ਸੇਵਾ ਕੀਤੀ, ਅੰਦਰ ਥੋੜ੍ਹੀ ਜਿਹੀ ਤਾਕਤ ਆਉਣੀ ਸ਼ੁਰੂ ਹੋ ਗਈ। ਕਿਉਂਕਿ ਧਰਮ ਦੇ ਅਰਥ ਨੇ ਤਾਕਤ, ਸ਼ਕਤੀ। ਧਰਮ ਦੇ ਅਰਥ ਨੇ ਸ਼ਕਤੀ। ਦੋ ਚੀਜ਼ਾਂ ਧਰਮ ਵਿੱਚ, ਜਿਹੜਾ ਧਰਮੀ ਬੰਦਾ ਉਹਦੇ ਵਿੱਚ ਆਉਣਗੀਆਂ, ਆਨੰਦ ਅਤੇ ਸ਼ਕਤੀ, ਉਹਦੇ ਵਿੱਚ ਵੱਧਦੀਆਂ ਜਾਣਗੀਆਂ। ਥੋੜ੍ਹਾ ਜਿਹਾ ਗੁਰੂ ਨੇ ਕਰ ਦਿੱਤੀ ਕਿਰਪਾ, ਅੰਦਰ ਕੁਝ ਵਰਤਣ ਲੱਗ ਪਿਆ ਥੋੜ੍ਹਾ ਜਿਹਾ। ਹੁਣ ਗੁਰੂ ਕੋਲੋਂ ਜੋ ਕੁਝ ਲਿਆ ਸੀ ਨਾ, ਸੋਚਿਆ ਤੇ ਮੇਰੀ ਮਿਹਨਤ ਹੈ ਤੇ ਮੈਂ ਕੀਤਾ, ਗੁਰੂ ਨੇ ਥੋੜ੍ਹੀ ਦਿੱਤਾ। ਉੱਥੇ ਆ ਗਈ ਮੈਂ, ਉੱਥੇ ਹੰਕਾਰ ਆ ਗਿਆ ਤੇ ਅਧਿਕਾਰ ਵਰਤਣ ਲੱਗ ਪਿਆ। ਆਪਣੇ ਮੰਨਣ ਨੂੰ ਤਿਆਰ ਨਹੀਂ। ਇਹ ਆਦਮੀ ਐਸੀ ਦੁਬਿਧਾ ਵਿੱਚ ਪਏਗਾ, ਨਾ ਇਹਨੇ ਸੰਸਾਰੀ ਰਹਿਣਾ ਤੇ ਨਾ ਇਹ ਧਰਮੀ ਹੋਏਗਾ। ਹੁਣ ਧਰਮ ਦਾ ਹੰਕਾਰ ਇਹਦੇ ਵਿੱਚ ਆ ਗਿਆ, ਉੱਥੇ ਜਾ ਕੇ ਫਸ ਗਿਆ। ਕਬੀਰ ਸਾਹਿਬ ਨੇ ਕਿਹਾ ਵੀ ਉਹਦੇ ਦਰ ਤੇ ਲੰਬਾ ਪਿਆ ਰਹੋ, ਆਵਾਜ਼ ਵੀ ਨਾ ਦੇਈਂ ਵੀ ਤੂੰ ਮੈਨੂੰ ਮਿਲ, ਬਸ ਪਿਆ ਰਹੋ, ਅੱਗੇ ਟਿਕਿਆ ਰਹੋ ਦਰ ਤੇ। ਤੇ ਬੜਾ ਸੋਹਣਾ ਇੱਕ ਸ਼ਲੋਕ ਉਚਾਰਨ ਕੀਤਾ। ਕਹਿਣ ਲੱਗੇ ਉਹਦੇ ਦਰ ਤੇ ਮਰ ਜਾਣਾ। ਤੇ ਸ਼ਲੋਕ ਬੜਾ ਸੁੰਦਰ ਹੈ। ਕਹਿੰਦੇ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਮਰਨ ਦੇ ਅਰਥ ਨੇ ਬੈਠੇ ਰਹਿਣਾ, ਦਾਵਾ ਨਾ ਕਰਨਾ। ਕਬੀਰ ਸਾਹਿਬ ਕਹਿੰਦੇ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਜੇ ਉਹਦੇ ਦੁਆਰ ਤੇ ਕੋਈ ਬੈਠਾ ਰਹੇ ਤੇ ਕਹਿੰਦੇ ਲੰਘਦਾ ਹੁੰਦਾ ਮਤ ਹਰ ਪੁੱਛੈ ਕੌਣ ਹੈ। ਆਪਾਂ ਕਹਿੰਦੇ ਆ ਨਾ, ਘਰੋਂ ਬਾਹਰੋਂ ਘਰ ਜਾਈਏ ਤੇ ਕੋਈ ਚੀਜ਼ ਸਾਈਡ ਤੇ ਪਈ ਹੋਵੇ, ਇੱਕ ਦੋ ਦਿਨ ਅਸੀਂ ਨਹੀਂ ਵੇਖਦੇ ਤੇ ਤੀਜੇ ਚੌਥੇ ਦਿਨ ਉੱਥੇ ਧਿਆਨ ਪੈ ਜਾਂਦਾ ਵੀ ਇਹ ਕਿਹਨੇ ਰੱਖਿਆ ਹੋਇਆ ਸਮਾਨ ਇੱਥੇ। ਕਹਿੰਦੇ ਇਸ ਤਰ੍ਹਾਂ ਡਿੱਗਿਆ ਰਹੋ
परमात्मा कदी ना कदी तेनू वेखेगा भी तेरे दर ते पिया। इहनूं कहंदे इंतजारी। कहंदे मत हर पूछै कौन है परा हमारे बार। रब ने पुछया कौन है जिहड़ा साडे दरवाजे ते डिग्गा रहिंदा कई दिनां तो। फिर उत्थे आया रब ते उसने क्या एक ना सुत्तियां दे उठाल चुक लिया। उसने उत्थों पकड़ लिया, उसनूं चुन लिया। पंच प्रवान हो गए, पंच प्रधान हो गए। पंचां नूं दरगाह विच माण मिल गया। ਉਹਦੇ ਦਰ ਤੇ सोहणे हो गए, सोहण लग पे ते उन्हां दा ध्यान एक विच लग गया। ये है इंतजारी बेकरारी। 8ਵੀਂ ते दस्त सर। दस्त दे अर्थ ने हथ, दस्त सर दा अर्थ है, सर दा अर्थ है सिर। सिर दे उत्ते कदी कदी हथ रख लेंदे ने। ये उन्हां दियां निशानियां ਜਿਹੜੇ कर करके थके ने। उन्हां बारे सच्चे पातशाह जी कहंदे दाती साहिब संधियां क्या चलै तिस नाल। क्या चलै दा अर्थ ਉਹਦੇ ਨਾਲ कुछ नहीं जे चलदा। ਉਹ नहीं जे परवाह करदा किसी ज्ञान दी, नहीं जे परवाह करदा किसी ध्यान दी, नहीं परवाह करदा किसी पाठ दी, नहीं करदा किसी सेवा दी परवाह। दावे दी ਉਹਨੂੰ कोई परवाह नहीं। ਉੱਥੇ ਤੇ ਇੱਕ ਬਿਰਤੀ ਕੰਮ ਕਰਦੀ ਏ। ਕਹਿੰਦੇ ਆਸ ਪਿਆਸੀ ਸੇਜੈ ਆਵਾਂ ਆਗੇ ਸਹਿ ਭਾਵਾਂ ਕੇ ਨਾ ਭਾਵਾਂ। ਆਸ ਬੜੀ ਏ, ਪਿਆਸ ਬੜੀ ਹੈ। ਉਹਦੇ ਦਰ ਤੇ ਆਇਆ ਪਰ ਇੱਕ ਅੰਦਰ ਕੰਬਦਾ ਸੀ। ਉਹ ਕਿਉਂ ਕੰਬਦਾ ਹੈ ਕਿ ਜਿਵੇਂ ਦਾ ਮੈਂ ਹਾਂ ਪਤਾ ਨਹੀਂ ਪ੍ਰਵਾਨ ਹੋਵਾਂਗਾ ਕਿ नहीं। ਇਸੇ ਨੂੰ ਕਿਹਾ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਉਚਾਰਨ ਕੀਤੇ। ਉਹਨਾਂ ਨੇ ਇਸ ਦਸ਼ਾ ਨੂੰ ਪ੍ਰਗਟ ਕੀਤਾ। ਕਹਿੰਦੇ ਅਰਸ਼ੀ ਛੂਹ ਤੇਰੀ ਦੇ ਸਵਾਲੀ ਅਸੀਂ ਦਰ ਤੇਰੇ ਤੇ ਆਏ। ਅਰਸ਼ੀ ਦਾ ਅਰਥ ਹੈ ਅਰਸ਼ ਵਿੱਚ ਰਹਿਣ ਵਾਲਾ ਪਰਮਾਤਮਾ ਗੁਰੂ ਉੱਚਾ। दर तेरे दे सवाली, सवाली दर थे मंगता, मंगते बन के तेरे दर ते आए। कहंदे अरशी दर तेरे दे सवाली असी दर तेरे ते आए। डरदे कंबदे असी गिण गिण कदम रखाए। अंदर डरदा सी, अंदर कंबदा सी। क्यों कंबदा सी? ਇਹ ਭਾਵ ਬਣਿਆ ਰਿਹਾ ਮੈਂ ਯੋਗ ਹੀ ਨਹੀਂ ਹਾਂ। ਮੈਂ ਉਹ ਕੀਤਾ ਹੀ ਨਹੀਂ ਜੋ ਤੂੰ ਕਿਹਾ ਸੀ। ਉਸ ਤਰ੍ਹਾਂ ਦਾ ਹੈ ਨਹੀਂ। ਕੀਤਾ ਸਾਰਾ ਕੁਝ ਪਰ ਅੰਦਰ ਭਾਵ ਨਹੀਂ। ਅਸੀਂ ਦਰ ਤੇਰੇ ਤੇ ਆਏ, ਅੰਦਰ ਡਰ ਤੇ ਕਾਂਬਾ ਸੀ। ਜਦੋਂ ਕੋਈ ਇਸ ਤਰ੍ਹਾਂ ਆਵੇ ਤੇ ਫਿਰ ਉੱਥੇ ਕੋਈ ਰੱਬ ਵੱਲੋਂ ਗਿਣਤੀ ਮਿਣਤੀ ਨਹੀਂ ਵੀ ਇਹਨੇ ਕਿੰਨੇ ਸਾਲ ਪਾਪ ਕੀਤਾ ਹੈ ਤੇ ਕਿੰਨੇ ਸਾਲ ਇਹਨੇ ਪੁੰਨ ਕੀਤਾ ਹੈ। फिर नहीं वो गिणदा। फिर ਉਹਦੀ गिणती टुट गई। ਉਹਨੇ रख दिता कागज़। ਪਹਿਲਾਂ ਤੇ हिसाब ਹੁੰਦਾ ਰਹਿੰਦਾ है। ਪਹਿਲਾਂ बिल्कुल हिसाब ਹੁੰਦਾ है। ऐ कर करे सो ऐ कर पाए। हिसाब चलेगा, लेखा चलेगा। लेखा चलदा रहा किन्ना चिर, जिन्ना चिर असीं किहा सी लेखा साफ कर देना कर करके, उन्ना चिर लेखा करदा रहा रब भी। ਤੇ ਜਿੱਦਣ ਲੇਖਾ ਮੁਕਾਉਣ ਵਾਲਾ ਯਤਨ ਕਰ ਕਰਕੇ ਥੱਕ ਗਿਆ ਨਾ। ਜਿਵੇਂ ਇੱਕ ਜ਼ਿਮੀਂਦਾਰ 10 ਸਾਲ ਕਰਜ਼ਾ ਲਾਉਂਦਾ ਰਹਿੰਦਾ ਆਪਣੇ ਆੜਤੀ ਦਾ, ਆਪਣੇ ਸ਼ਾਹ ਦਾ। ਵਿਚਾਰਾ ਰੋਟੀ ਛੱਡ ਕੇ ਯਤਨ ਕਰਦਾ ਅਗਲੇ ਸਾਲ ਲਾ ਦਿਆਂ, ਅਗਲੇ ਸਾਲ ਲਾ ਦਿਆਂ। ਲਾਉਂਦਾ ਜ਼ੋਰ ਲਾਉਂਦਾ, ਜ਼ੋਰ ਜ਼ਰੂਰ ਲਾਉਣਾ। ਜ਼ੋਰ ਲਾਉਂਦਾ ਰਿਹਾ ਤੇ ਇੱਕ ਦਿਨ 8-10 ਸਾਲ ਲੰਘ ਗਏ ਨਾ ਤੇ ਉਸ ਉਹਦੇ ਸ਼ਾਹ ਨੂੰ, ਉਹਦੇ ਆੜਤੀ ਨੂੰ ਵੇਖ ਕੇ ਤਰਸ ਆ ਗਿਆ। ਤਰਸ ਕਿਉਂ ਆਇਆ? ਤਰਸ ਤਾਂ ਆਇਆ ਮਿਹਨਤ ਬੜੀ ਕਰਦਾ ਹੈ ਵਿਚਾਰਾ, ਕੱਪੜੇ ਵੀ ਸਸਤੇ ਜੇ ਪਾਉਂਦਾ ਹੈ, ਖਾਂਦਾ ਵੀ ਘੱਟ ਹੈ ਜ਼ਿਮੀਂਦਾਰ। ਗਰੀਬੀ ਦਾਵੇ ਵਿੱਚ ਜੀਵਨ ਕੱਟੀ ਜਾਂਦਾ ਹੈ ਪਰ ਫਿਰ ਵੀ ਇਹਦਾ ਕਰਜ਼ਾ ਨਹੀਂ ਪਿਆ ਲੈਂਦਾ। ਤਰਸ ਆ ਗਿਆ ਉਸ ਨੂੰ। ਤਰਸ ਵਿੱਚ ਆ ਕੇ
ਉਹਨੇ ਉਹਦੇ ਲੇਖੇ ਵਾਲਾ ਕਾਗਜ਼ ਵਹੀ ਵਿੱਚੋਂ ਪਾੜ ਦਿੱਤਾ, ਕੱਢਿਆ ਤੇ ਟੁਕੜੇ ਟੁਕੜੇ ਕਰ ਦਿੱਤਾ। ਕਹਿਣ ਲੱਗਾ, ਜਾ ਤੇਰਾ ਲੇਖਾ ਖਤਮ ਹੋ ਗਿਆ ਹੈ। ਪਰ ਉਹਨੇ ਪਾੜਿਆ ਕਿਉਂ? ਕਿਉਂਕਿ ਉਹ ਜ਼ਿਮੀਂਦਾਰ ਮਿਹਨਤ ਕਰਦਾ ਸੀ, ਭਾਵੇਂ ਮਿਹਨਤ ਨਾਲ ਪੂਰਾ ਨਹੀਂ ਸੀ ਆਉਂਦਾ। ਉਹ ਬਦਫੈਲੀ ਨਹੀਂ ਸੀ ਕਰਦਾ, ਘੱਟ ਖਾਂਦਾ ਸੀ, ਘੱਟ ਪਾਉਂਦਾ ਸੀ। ਇਸ ਦਸ਼ਾ ਤੋਂ ਤਰਸ ਆਇਆ ਉਹਦੇ ਸ਼ਾਹ ਨੂੰ, ਉਹਦੇ ਆੜਤੀ ਨੂੰ। ਉਹਨੇ ਲੇਖੇ ਪਾੜ ਦਿੱਤੇ, ਤਰਸ ਆ ਗਿਆ। ਸਿੱਖ ਤੇ ਕਦੋਂ ਗੁਰੂ ਨੂੰ ਤਰਸ ਆਉਂਦਾ? ਜਦੋਂ ਸਿੱਖ ਜਪ ਵੀ ਕਰਦਾ ਪੂਰਾ, ਮਿਹਨਤ ਪੂਰੀ ਕਰਦਾ ਤੇ ਗੁਰੂ ਕੋਲੋਂ ਵਾਧੂ ਮੰਗਦਾ ਵੀ ਨਹੀਂ, ਗੁਜ਼ਾਰੇ ਜੋਗਾ ਹੀ ਮੰਗਦਾ ਹੈ। ਯਤਨ ਕਰ ਰਿਹਾ, ਮੇਰਾ ਕਰਮਾਂ ਦਾ ਲੇਖਾ ਸਾਫ਼ ਹੋ ਜਾਏ, ਯਤਨ ਕਰੀ ਜਾਂਦਾ ਹੈ। ਤੇ ਯਤਨ ਕਰਦਿਆਂ ਕਰਦਿਆਂ ਜਦੋਂ ਗੁਰੂ ਕਈ ਵਾਰੀ ਉਹਦਾ ਹਿਸਾਬ ਕਰਦਾ ਨਾ, ਤੇ ਉਹਦੀ ਮਿਹਨਤ ਵੱਲ ਵੇਖ ਕੇ ਗੁਰੂ ਨੂੰ ਫਿਰ ਤਰਸ ਆ ਗਿਆ ਵੀ ਮਿਹਨਤੀ ਵੀ ਬੜਾ ਹੈ ਤੇ ਇਹਦਾ ਕਰਮਾਂ ਦਾ ਲੇਖਾ ਵੀ ਨਹੀਂ ਉਤਰਦਾ। ਉਦੋਂ ਫਿਰ ਕੀ ਹੋਇਆ? ਉਦੋਂ ਫਿਰ ਸਾਹਿਬ ਕਹਿੰਦੇ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਰਿਣ ਦੇ ਅਰਥ ਨੇ ਕਰਜ਼ਾ। ਪਾੜ ਦਿੱਤੇ। ਸਾਹਿਬ ਕਹਿੰਦੇ, ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਤਰਸ ਸਿੱਧਾ ਨਹੀਂ ਆਉਂਦਾ ਗੁਰੂ ਨੂੰ, ਐਵੇਂ ਅਸੀਂ ਘਾੜਤਾਂ ਘੜੀ ਜਾਂਦੇ ਹਾਂ। ਕੰਮ ਤੇ ਕਰੇ ਨਾ ਸਿੱਖ, ਪਹਿਲਾਂ ਕੰਮ ਕਰੇ ਭਾਈ ਮੰਝ ਵਾਂਗੂ, ਤੇ ਕਰ ਕਰਕੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਤਰਸ ਆ ਜਾਏ ਤੇ ਫਿਰ ਗੱਲ ਸ਼ੁਰੂ ਹੋਵੇ ਤਰਸ ਦੀ। ਅਸੀਂ ਸਿੱਧਾ ਹੀ ਤਰਸ ਨੂੰ ਜਾ ਪਹੁੰਚੇ, ਸਿੱਧਾ ਹੀ ਪਹੁੰਚ ਗਿਆ ਉੱਤੇ। ਤਰਸ ਆ ਹੀ ਜਾਣਾ ਗੁਰੂ ਨੂੰ। ਕੀ ਲੋੜ ਹੈ ਸਾਨੂੰ ਸਿੱਖੀ ਕਮਾਉਣ ਦੀ? ਗੁਰੂ ਨੇ ਬਥੇਰੀ ਕਮਾਈ ਹੋਈ। ਅਸੀਂ ਤੇ ਬਸ ਸਿੱਖਾਂ ਦੇ ਘਰ ਵਿੱਚ ਜਨਮ ਹੀ ਲਿਆ, ਆਪੇ ਬਖਸ਼ ਲਏਗਾ। ਸਾਨੂੰ ਕੀ ਜ਼ਰੂਰਤ ਪੈ ਗਈ ਜੋ ਮਰਜ਼ੀ ਕਰੀਏ? ਪ੍ਰਬੰਧ ਕਰ ਦਿੱਤੇ ਗਏ ਨੇ, ਪਾਪ ਕਰੋ ਤੇ ਪਰਤ ਕੇ ਪਾਪ ਬਖਸ਼ਾ ਲਓ। ਪ੍ਰਬੰਧ ਕਰ ਦਿੱਤੇ ਲੋਕਾਂ ਨੇ। ਪਹਿਲਾਂ ਪੰਡਤਾਂ ਨੇ ਕੀਤੇ ਸਨ ਪ੍ਰਬੰਧ, ਪਾਪ ਕਰੋ ਰੱਜ ਕੇ ਵੇਦ ਪੜ੍ਹ ਦਿਆਂਗੇ। ਅਸੀਂ ਵੀ ਪ੍ਰਬੰਧ ਕਰ ਲਏ ਨੇ, ਅਸੀਂ ਵੀ ਇਹ ਤਰੀਕਾ ਲੱਭ ਲਿਆ। ਹਜ਼ੂਰ ਨੇ ਕਿਹਾ, ਜਿੰਨਾ ਹੁੰਦਾ ਉਹਨਾਂ ਤੇ ਕਰ, ਸਾਰਾ ਤੂੰ ਨਹੀਂ ਕਰ ਸਕਣਾ, ਮੈਨੂੰ ਪਤਾ ਹੈ। ਗੁਰੂ ਨੂੰ ਪਤਾ ਹੈ ਸਿੱਖ ਸਾਰਾ ਠੀਕ ਨਹੀਂ ਕਰ ਸਕਦਾ, ਪਰ ਸੱਜਣਾ ਸ਼ੁਰੂ ਤੇ ਕਰ, 100 ਵਿੱਚੋਂ 1% ਤੇ ਕਰਨਾ। ਚੱਲ 99 ਤੇਰੇ ਤੋਂ ਨਹੀਂ, ਪਰ ਤੂੰ ਤੇ ਬਿਲਕੁਲ ਹੀ ਬੈਠ ਗਿਆ। ਤੂੰ ਤੇ ਬਿਲਕੁਲ ਹੀ ਜੋ ਮਨ ਆਉਂਦਾ ਉਹ ਕਰੀ ਜਾਣਾ। ਆ ਮੋਟਾ ਮੋਟਾ ਤੇ ਕਰ, ਆ ਨਸ਼ਾ ਤੇ ਛੱਡ ਘੱਟੋ ਘੱਟ, ਆ ਕੇਸ ਤੇ ਰੱਖ, ਆ ਸੌਣਾ ਉੱਠਣਾ ਬਹਿਣਾ ਤੇ ਠੀਕ ਕਰ, ਬਾਕੀ ਕੰਮ ਮੈਂ ਕਰਾਂਗਾ। ਪਰ ਜੇ ਅਸੀਂ ਇਹ ਵੀ ਨਾ ਕੀਤਾ, ਫਿਰ ਗੁਰੂ ਕੀ ਕਰੇ? ਇੱਕ ਕਦਮ ਸਿੱਖ ਚੁੱਕੇ, 1000 ਕਦਮ ਗੁਰੂ ਚੁੱਕੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਨੂੰ ਕਹਿ ਉਹ ਤੇਰੇ ਵੱਲ 1000 ਕਦਮ ਤੁਰ ਕੇ ਆਵੇ, ਪਰ ਇਸ ਤੋਂ ਪਹਿਲਾਂ ਇੱਕ ਕਦਮ ਤੂੰ ਚੁੱਕੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਤੇਰਾ, ਕਰੋੜਾਂ ਕਦਮ ਗੁਰੂ ਤੇਰੇ ਵੱਲ ਆਏਗਾ। ਇੱਕ ਵਾਰੀ ਤੂੰ ਯਤਨ ਕਰ, ਤੇਰੇ ਯਤਨ ਨੂੰ ਫਲ ਲਾਏਗਾ ਗੁਰੂ। ਇਸ ਕਰਕੇ ਇਹ ਸ਼ਬਦ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ 2-3 ਸ਼ਲੋਕ ਨੇ, ਇਹਨਾਂ ਵਿੱਚ 3 ਭਾਵ ਨੇ। ਪਹਿਲਾ ਭਾਵ ਹੈ ਬੰਧਨ ਪੈ ਗਏ, ਕੋਈ ਉਪਾਅ ਨਹੀਂ ਚੱਲਦਾ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਇਹ ਉਸ ਸਿੱਖ ਦੀ ਦਸ਼ਾ ਹੈ ਜਿਨਨੇ ਆਪਣੀ ਜ਼ਿੰਦਗੀ ਦੇ ਸਿਰੇ ਤੇ ਪਹੁੰਚਣ ਵਾਸਤੇ ਯਤਨ ਬੜਾ ਕੀਤਾ ਹੈ, ਪਰ ਬੰਧਨ ਬੜੇ ਪੈ ਗਏ। ਔਰ ਮੈਂ ਬੇਨਤੀ ਕਰਾਂ, ਕਿਸੇ ਬੰਦੇ ਨੂੰ ਠੇਡਾ ਲੱਗੇ, ਬੰਦਾ ਕਹਿੰਦਾ ਕਿਸਮਤ ਮਾੜੀ, ਨਹੀਂ, ਕਿਸਮਤ ਨਹੀਂ ਮਾੜੀ। ਜਦੋਂ ਕੋਈ ਤੁਰੇ ਤੇ ਠੇਡਾ ਲੱਗੇ, ਕਿਸਮਤ ਮਾੜੀ ਨਹੀਂ। ਪਿੱਛੇ ਇੱਕ ਬੈਠਾ ਹੋਇਆ ਸੀ, ਉਹਨੇ ਕਿਹਾ ਮੈਂ ਤੇਰੇ ਨਾਲੋਂ ਚੰਗਾ ਰਹਿ ਗਿਆ, ਮੈਨੂੰ ਠੇਡਾ ਨਹੀਂ ਲੱਗਾ। ਤੁਰਨ ਵਾਲੇ ਨੂੰ ਠੇਡਾ ਲੱਗਾ,
ਉਹਦੀ ਕਿਸਮਤ ਮਾੜੀ ਨਹੀਂ ਸੀ। ਸਾਧ ਸੰਗਤ ਉਹ ਠੇਡਾ ਦੱਸਦਾ ਸੀ ਤੂੰ ਤੁਰਨਾ ਪਿਆ। ਉਹ ਖਬਰ ਦਿੱਤੀ ਉਸਨੇ ਕਿ ਸਫ਼ਰ ਕਰ ਰਿਹਾ। ਬੰਧਨ ਆਉਂਦੇ ਕਿਹਨਾਂ ਨੂੰ? ਜਿਹੜੇ ਤੁਰਦੇ ਨੇ। ਮੁਰਦਿਆਂ ਨੂੰ ਕੀ ਬੰਧਨ ਆਉਣੇ ਨੇ? ਤੇ ਮਰੇ ਹੋਏ ਨੇ ਇੱਕੋ ਥਾਂ ਤੇ ਬੈਠੇ, 3 ਟਾਈਮ ਪ੍ਰਸ਼ਾਦਾ ਛਕਿਆ, ਰੱਜ ਕੇ ਸੌਂ ਲਿਆ, ਧਨ ਕਮਾਇਆ। ਬੰਧਨ ਕਿੱਥੇ ਆਉਣੇ ਨੇ? ਜਿਨ੍ਹਾਂ ਨੇ ਸਫ਼ਰ ਸ਼ੁਰੂ ਕਰ ਦਿੱਤਾ ਜੀਵਨ ਨੂੰ ਲੱਭਣ ਵਾਸਤੇ, ਬੰਧਨ ਉਹਨਾਂ ਨੂੰ ਆਉਣਗੇ। ਥਕਾਵਟ ਕਿਹਨੂੰ ਹੁੰਦੀ ਹੈ? ਜਿਹੜਾ ਉੱਚਾ ਚੜ੍ਹਦਾ ਹੈ। ਜੋ ਲੇਟਿਆ ਹੋਇਆ ਉਹਨੂੰ ਥਕਾਵਟ ਕੀ ਹੋਵੇਗੀ? ਥਕਾਵਟ ਖਬਰ ਦੇ ਰਹੀ ਹੈ ਕਿ ਆਦਮੀ ਸਫ਼ਰ ਕਰ ਰਿਹਾ ਹੈ, ਥੱਕਦਾ ਤਾਂ ਹੈ। ਜਿਉਂ ਹੀ ਕੋਈ ਧਾਰਮਿਕ ਵਿਅਕਤੀ ਸ਼ਬਦ ਦੇ ਰਸਤੇ ਤੇ ਪੰਧ ਵੱਲ ਤੁਰਦਾ ਹੈ, ਚੌਵਾਂ ਪਾਸਿਓਂ ਬੰਧਨ ਉਸ ਨੂੰ ਘੇਰਦੇ ਨੇ। ਚੌਵਾਂ ਪਾਸਿਓਂ ਬੰਧਨ ਉਸ ਨੂੰ ਘੇਰਨਗੇ, ਕਿਉਂਕਿ ਉਹ ਜ਼ਰੂਰੀ ਨੇ। ਉਹਨੂੰ ਖਬਰ ਦੇਣ ਲਈ ਆਉਂਦੇ ਨੇ ਕਿ ਤੂੰ ਸਾਡੇ ਤੋਂ ਘਬਰਾਈ ਨਾ, ਤੂੰ ਸਫ਼ਰ ਵਿੱਚ ਹੈ, ਜਾ ਰਹੇ ਹਾਂ। ਅਸੀਂ ਉਹਨੂੰ ਕਿਸਮਤ ਕਹਿ ਕੇ ਬੈਠ ਜਾਂਦੇ ਹਾਂ। ਉਹ ਬੰਧਨ ਦੱਸ ਰਹੇ ਨੇ ਅਸੀਂ ਸਫ਼ਰ ਕਰ ਰਹੇ ਹਾਂ। ਇਸ ਕਰਕੇ ਬੰਧਨ ਆਏ। ਔਰ ਇੱਕ ਹੋਰ ਵਾਪਰਿਆ, ਕਹਿੰਦੇ ਉਹਨਾਂ ਬੰਧਨਾਂ ਨੂੰ ਤੋੜਨ ਦੀ ਸ਼ਕਤੀ ਕੋਈ ਨਹੀਂ ਉਹਦੇ ਵਿੱਚ, ਬੈਠ ਗਿਆ ਹੈ। ਔਰ ਉਹ ਬੰਧਨ ਬਹੁਤੀ ਵਾਰੀ ਗੁਰੂ ਵੱਲੋਂ ਪਾਏ ਜਾਂਦੇ ਨੇ, ਕਿਉਂਕਿ ਜੇ ਬੰਦਾ ਆਪ ਹੀ ਤੁਰ ਕੇ ਚਲਾ ਗਿਆ, ਉਹਨੇ ਜਾ ਕੇ ਐਲਾਨ ਕਰ ਦੇਣਾ ਮੈਂ ਆਪ ਲੱਭਿਆ ਰੱਬ ਨੂੰ। ਇਸ ਲਈ ਬੰਧਨ ਗੁਰੂ ਵੱਲੋਂ ਛੱਡੇ ਗਏ, ਗੁਰੂ ਵੱਲੋਂ ਪਾਏ ਗਏ ਕਿ ਜ਼ੋਰ ਲੱਗ ਕੇ ਥੱਕ ਜਾਏ ਤੇ ਟੁੱਟ ਜਾਏਗਾ, ਫਿਰ ਇਹਨੂੰ ਚੁੱਕ ਕੇ ਲਿਆਵਾਂਗਾ। ਫਿਰ ਇਹਦੇ ਆਉਣ ਦਾ ਤਰੀਕਾ ਹੋਰ ਹੋਵੇਗਾ। ਇਹ ਐਲਾਨ ਨਹੀਂ ਕਰੇਗਾ ਜੀ ਮੈਂ ਆਇਆ, ਆਓ ਮੈਂ ਤੁਹਾਨੂੰ ਮਿਲਾ ਵੀ ਦੇਣਾ, ਝੁਕੇਗਾ। ਇਸ ਕਰਕੇ ਬਲ ਛੁੱਟ ਕੇ ਉਹ ਬੰਧਨ ਪਰੇ। ਰਾਹ ਵਿੱਚ ਬੰਧਨ ਹੀ ਬੰਧਨ ਪਏ। ਕਾਹਦੇ ਵਾਸਤੇ ਪਏ? ਕਿ ਇਹਦਾ ਬਲ ਟੁੱਟੇ। ਬਲ ਛੁੱਟ ਕੇ ਉਹ ਬੰਧਨ ਪਰੇ। ਤੇ ਜਦੋਂ ਬੰਧਨ ਪੈਂਦੇ ਨੇ ਫਿਰ ਆਦਮੀ ਉਪਾਅ ਵੀ ਕਰਦਾ। ਕਛੂ ਨਾ ਹੋਤ ਉਪਾਏ। ਉਪਾਅ ਦੇ ਅਰਥ ਨੇ ਤਰੀਕਾ ਲੱਭਣਾ ਵੀ ਇਹ ਬੰਧਨ ਕਿਵੇਂ ਟੁੱਟਣ। ਗੁਰਮਤਿ ਵਿੱਚ ਉਪਾਅ ਹੈ। ਗੁਰਮਤਿ ਵਿੱਚ ਉਪਾਅ ਹੈ ਬਾਣੀ ਪੜ੍ਹਨੀ, ਬਾਣੀ ਪੜ੍ਹਾਉਣੀ, ਸੇਵਾ ਕਰਨੀ। ਇਹ ਉਪਾਅ ਨੇ, ਸੰਗਤ ਦੀ ਸੇਵਾ ਕਰਨੀ। ਕੋਈ ਵੀ ਬੰਧਨ ਪਵੇ ਇਹਦੇ ਤੋਂ ਬਿਨਾਂ ਹੋਰ ਕੋਈ ਕਰਮ ਨਹੀਂ। ਬਾਣੀ ਪੜ੍ਹਨੀ, ਬਾਣੀ ਪੜ੍ਹਨ ਵਾਲਿਆਂ ਦੀ ਸੰਗਤ ਕਰਨੀ। ਜਿਨ੍ਹਾਂ ਵਿੱਚ ਨਾਮ ਟਿਕ ਗਿਆ ਉਹ ਬੰਧਨਾਂ ਨੂੰ ਤੋੜਨ ਵਾਲੇ ਨੇ। ਖਿਆਲ ਰੱਖਣਾ, ਇਹ ਇੱਕ ਸੱਚ ਹੈ। ਬੰਧਨ ਤੋੜਨ ਵਾਲੇ ਨੇ, ਬੰਧਨ ਤੋੜ ਦਿੰਦੇ ਨੇ ਉਹ, ਕਿਉਂਕਿ ਉਹ ਤੋੜ ਸਕਦਾ ਜਿਹਦੇ ਆਪ ਟੁੱਟੇ ਹੋਏ ਨੇ। ਬੰਧਨ ਟੁੱਟ ਗਿਆ ਜਿਸ ਦੇ। ਇਹ ਹੈ ਤਰੀਕਾ। ਹੋਰ ਉਪਾਅ ਬੜੇ ਲੋਕ ਕਰਦੇ ਫਿਰਦੇ ਨੇ। ਆਉਂਦੇ ਗੁਰਦੁਆਰੇ ਨੇ, ਪੁੱਛ ਕੇ ਜੋਤਸ਼ੀ ਨੂੰ ਆਉਂਦੇ ਨੇ। ਉਹ ਕਹਿੰਦਾ ਮਾਂਹ ਦੀ ਦਾਲ ਗੁਰਦੁਆਰੇ ਫਲਾਣੇ ਦਿਨ ਚੜ੍ਹਾ ਕੇ ਆ। ਤੁਸੀਂ ਵੇਖਿਆ ਨਾ ਗੁਰਦੁਆਰਿਆਂ ਵਿੱਚ ਥੋੜ੍ਹੀ ਥੋੜ੍ਹੀ 100 ਗ੍ਰਾਮ 200 ਗ੍ਰਾਮ ਦਾਲਾਂ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਤੂੰ ਫਲਾਣੀ ਗਾਂ ਨੂੰ ਟਮਾਟਰ ਚਾਰ ਦੇ ਕਾਲੇ ਰੰਗ ਦੀ ਨੂੰ। ਜੇ ਦਇਆ ਹੈ ਤੇ ਵੈਸੇ ਦਇਆ ਕਰੀਏ ਜੀਵਾਂ ਤੇ। ਉਹ ਤੇ ਇੱਕ ਸਵਾਰਥ ਹਿੱਤ ਹੈ। ਵੈਸੇ ਆਪਾਂ ਦਇਆ ਕਰੀਏ ਜੀਵਾਂ ਤੇ। ਜੀ ਦਇਆ ਪ੍ਰਵਾਨ, ਉਹ ਪ੍ਰਵਾਨ ਹੈ ਜੇ ਅਸੀਂ ਜੀਵਾਂ ਤੇ ਦਇਆ ਕਰਾਂਗੇ। ਪਰ ਇਹ ਤਾਂ ਸਾਡਾ ਸਵਾਰਥ ਹੈ। ਦੁੱਖ ਆਪਣਾ ਤੇ ਟਮਾਟਰ ਗਾਂ ਨੂੰ ਚਾਰਦੇ, ਉਹ ਬਿਮਾਰ ਕਰਦੇ ਉਸ ਨੂੰ। ਇਹ ਕਹਿੰਦੇ ਨੇ ਉਹ ਲੋਕ, ਸਿਖਾਉਂਦੇ ਨੇ ਤੁਹਾਡੀ ਬਿਮਾਰੀ ਕਿਸੇ ਨੂੰ ਲੱਗ ਜਾਏਗੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ, ਦੂਜੇ ਦਾ ਵੀ ਭਲਾ ਕਰ, ਤੇਰਾ ਵੀ ਭਲਾ ਹੋ ਜਾਏਗਾ। ਇਹ ਉਪਾਅ ਜਿਹੜੇ ਨੇ ਗੁਰਮਤਿ ਵਿੱਚ ਨਿਸ਼ੇਧ ਨੇ। ਮੈਂ ਬੇਨਤੀ ਕਰਾਂ, ਨਿਸ਼ੇਧ ਉਪਾਅ ਨੇ। ਮੈਂ ਇੱਕ ਦਿਨ ਰਸਤੇ ਵਿੱਚ ਜਾਂਦਾ ਜਾਂਦਾ ਕਿਤੇ ਰੁਕ ਗਿਆ ਪ੍ਰੋਗਰਾਮ ਤੇ। ਥੋੜ੍ਹੀ ਜਿਹੀ ਮੇਰੀ ਆਦਤ ਵੀ ਨੇੜੇ ਜਾ ਕੇ ਅੱਧਾ ਘੰਟਾ ਕਿਸੇ ਖੇਤ ਵਿੱਚ, ਟਿਊਬਵੈੱਲ 'ਤੇ, ਕਿਤੇ ਰੁੱਖਾਂ ਵਿੱਚ ਜੇ ਸਮਾਂ ਮਿਲ ਜਾਏ ਤਾਂ। ਰਸਤੇ ਵਿੱਚ ਵੇਖਿਆ ਇੱਕ ਅੰਬ ਬਹੁਤ ਪੁਰਾਣਾ ਸੀ। ਉੱਥੇ ਮਨ ਕੀਤਾ ਉੱਥੇ ਚਲੇ ਗਏ। ਬੜੀ ਸੰਘਣੀ ਉਹਦੀ ਛਾਂ, ਹੋਵੇਗਾ 200 ਸਾਲ ਪੁਰਾਣਾ ਰੁੱਖ। ਤਾਂ ਉਹਦੇ ਕੋਲ ਜਾ ਕੇ ਵੇਖਿਆ ਤੇ ਮੈਂ ਹੈਰਾਨ ਹੋ ਗਿਆ। ਉਹਦੇ ਵਿੱਚ ਕਿੱਲ ਠੁਕੇ ਹੋਏ, ਕਈ ਕਿੱਲ।
ਮੈਂ ਕਿਹਾ ਵੀ ਇਹ ਵਿਚਾਰੇ ਇਹਦਾ ਕੀ ਦੋਸ਼, ਇਹਨੂੰ ਕਿੰਨੇ ਕਿੱਲ ਠੋਕ ਦਿੱਤੇ? ਕਿਸੇ ਜੋਤਸ਼ੀ ਨੇ ਦੱਸਿਆ, ਜਾ ਅੰਬ ਨੂੰ ਕਿੱਲ ਠੋਕ ਕੇ ਆ, ਤੇਰੀ ਜ਼ਿੰਦਗੀ ਵਿੱਚੋਂ ਕਿੱਲ ਨਿਕਲ ਜਾਣਗੇ। ਇਹ ਨੇ ਉਪਾਅ ਇਸ ਦੇਸ਼ ਨੂੰ ਇਸ ਤਰ੍ਹਾਂ ਕਮਜ਼ੋਰ ਕੀਤਾ ਗਿਆ ਹੈ। ਠੀਕ ਹੈ, ਜ਼ਿੰਦਗੀ ਵਿੱਚ ਸੰਕਟ ਆਉਂਦੇ, ਬਿਲਕੁਲ ਹੈ। ਇਕੱਲਾ ਗਿਆਨ ਨਹੀਂ ਖਿਆਲ ਰੱਖਣਾ, ਗਿਆਨ ਜਿਹੜਾ ਹੈ ਉਹ ਹੋਰ ਚੀਜ਼ ਸੀ। ਸੰਕਟ ਹੈ, ਜਿਹੜਾ ਆਦਮੀ ਸਰੀਰ ਧਾਰੀ ਹੈ, ਜੀਵਨ ਹੈ ਸੰਕਟ ਗ੍ਰਸਤ ਹੈ। ਪਰ ਸਤਿਗੁਰੂ ਨੇ ਕਿਹਾ ਸੰਕਟ ਦਾ ਜਿਹੜਾ ਹੱਲ ਹੈ ਉਹ ਤੇ ਗੁਰੂ ਕੋਲ ਹੈ ਨਾ, ਉਹਦਾ ਤਰੀਕਾ ਤੇ ਪਰਮਾਤਮਾ ਕੋਲ ਹੈ, ਗੁਰੂ ਕੋਲ ਹੈ, ਗੁਰਮੁਖਾਂ ਕੋਲ ਹੈ, ਰੱਬ ਦੇ ਪਿਆਰਿਆਂ ਕੋਲ ਹੁੰਦਾ ਹੈ। ਤੇ ਉਹ ਤਰੀਕਾ ਕੋਈ ਦੂਜਾ ਨਹੀਂ, ਉਹ ਤਰੀਕਾ ਬਾਣੀ ਪੜ੍ਹੋ, ਸੇਵਾ ਕਰੋ, ਇਹ ਤਰੀਕਾ ਹੈ, ਅਰਦਾਸ ਕਰੋ। ਜੇ ਇੱਥੋਂ ਨਹੀਂ ਹੋਇਆ ਤੇ ਹੋਰ ਕਿਤੋਂ ਨਹੀਂ ਹੋਏਗਾ। ਪਰ ਆਦਮੀ ਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਬਹੁਤਾ ਵਿਸ਼ਵਾਸ ਕਰਦਾ ਹੈ। ਇਸ ਕਰਕੇ ਬੰਧਨ ਪਰੇ ਕਛੂ ਨਾ ਹੋਤ ਉਪਾਏ। ਹੁਣ ਉਪਾਅ ਵੀ ਕੋਈ ਨਹੀਂ ਚੱਲਦਾ, ਕਰ ਕਰਕੇ ਬੈਠ ਗਿਆ। ਹੁਣ ਇੱਕ ਉਪਾਅ ਨਿਕਲਿਆ, ਜਿਵੇਂ ਬੇਨਤੀ ਕੀਤੀ ਸੀ, ਜਦੋਂ ਬੰਦੇ ਨੂੰ ਪਿਆਸ ਮਾਰਨ ਲੱਗੇ ਨਾ, ਪਿਆਸ ਇੰਨੀ ਵੱਧ ਜਾਏ ਪਾਣੀ ਕਿਤੇ ਉਹ ਨਾ ਮਿਲੇ, ਫਿਰ ਅਰਦਾਸ ਨਿਕਲਦੀ ਹੈ। ਫਿਰ ਅਰਦਾਸ ਕਿਹੜੀ ਨਿਕਲੀ? ਕਹਿੰਦੇ ਕਹੋ ਨਾਨਕ ਅਬ ਓਟ ਹਰ, ਗਜ ਜਿਉਂ ਹੋ ਸਹਾਏ। ਹੁਣ ਰੱਬ ਦੀ ਓਟ ਫੜੀ, ਚੌਵਾਂ ਪਾਸਿਓਂ ਭੱਜ ਭਜਾ ਕੇ ਦੇਖ ਲਿਆ, ਉਹਦੀ ਓਟ, ਉਹਦਾ ਆਸਰਾ ਲਿਆ ਤੇ ਅਰਦਾਸ ਕੀਤੀ, ਗਜ ਜਿਉਂ ਹੋ ਸਹਾਏ। ਗਜ ਦੇ ਅਰਥ ਨੇ ਹਾਥੀ। ਉਹ ਹਾਥੀ ਜਿਹਦੇ ਬਾਰੇ ਇੱਕ ਗਾਥਾ ਹੈ, ਗੁਰੂ ਤੇਗ ਬਹਾਦਰ ਸਾਹਿਬ ਉਸ ਹਾਥੀ ਦੀ ਉਦਾਹਰਨ ਦੇ ਰਹੇ ਨੇ। ਇਹ ਹਾਥੀ ਕਹਿੰਦੇ ਨੇ ਪਹਿਲਾਂ ਕਿਤੇ ਕੀਰਤਨ ਕਰਿਆ ਕਰਦਾ ਸੀ, ਕਿਸੇ ਮਨੁੱਖੀ ਦੇਹ ਵਿੱਚ ਕੀਰਤਨ ਕਰਦਾ ਸੀ। ਲਿਖਿਆ ਹੋਇਆ ਦੇਵਤਿਆਂ ਦਾ ਰਾਗੀ ਸੀ, ਕਿਉਂਕਿ ਦੇਵਤੇ ਆਪਣੇ ਤੋਂ ਬਿਨਾਂ ਹੋਰ ਕਿਸੇ ਕੋਲ ਜਾਣ ਹੀ ਨਹੀਂ ਦੇਣਾ ਚਾਹੁੰਦੇ। ਵੀ ਜੇ ਰਾਗੀ ਵੀ ਤਾਂ ਵੀ ਦੇਵਤਿਆਂ ਦੇ, ਕਿਤੇ ਵੀ ਹੋਵੇਗਾ ਕੀਰਤਨ ਕਰਦਾ ਸੀ। ਇਹ ਮਨੁੱਖ ਸੀ, ਪਹਿਲਾਂ ਇਹਦੇ ਬਾਰੇ ਲਿਖਿਆ। ਔਰ ਕਹਿੰਦੇ ਨੇ ਕੀਰਤਨ ਕਰਦਾ ਹੰਕਾਰੀ ਹੋ ਗਿਆ, ਹੰਕਾਰ ਵਿੱਚ ਆ ਗਿਆ। ਉਸ ਹੰਕਾਰ ਦੇ ਕਾਰਨ ਕਹਿੰਦੇ ਇਹਨੂੰ ਸਵਰਗ ਤੋਂ ਸਿੱਟ ਦਿੱਤਾ ਗਿਆ ਤੇ ਹਾਥੀ ਬਣ ਗਿਆ। ਇਹ ਗਾਥਾ ਹੈ। ਇਹ ਗਾਥਾ ਬੜੀ ਖਿੱਚਦਾਇਕ ਹੈ। ਸੱਚ ਇਹ ਹੈ ਕਿ ਜਦੋਂ ਬੰਦੇ ਨੂੰ ਕਿਸੇ ਗੁਣ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਣ ਪ੍ਰਾਪਤ ਹੁੰਦੇ ਹੰਕਾਰ ਹੁੰਦਾ, ਪਰਮਾਤਮਾ ਫਿਰ ਵਾਪਸ ਭੇਜ ਦਿੰਦਾ, ਚਲੋ ਜਾਓ ਵਾਪਸ, ਤੁਸੀਂ ਇਹਦੇ ਅਧਿਕਾਰੀ ਨਹੀਂ। ਕਿਤੇ ਮਨੁੱਖ ਸੀ, ਚੰਗਾ ਗਵਈਆ ਸੀ, ਹੰਕਾਰੀ ਹੋ ਗਿਆ, ਉਹਨੂੰ ਸਿੱਟ ਦਿੱਤਾ, ਵੀ ਉਹਨੂੰ ਹਾਥੀ ਦੀ ਜੂਨ ਵਿੱਚ ਪਾ ਦਿੱਤਾ। ਹੁਣ ਭਾਵੇਂ ਹਾਥੀ ਦੀ ਜੂਨ ਵਿੱਚ ਪਾਇਆ ਸੀ, ਪਰ ਇੱਕਦਮ ਪਾਇਆ ਸੀ ਮਨੁੱਖ ਤੋਂ ਜਲਦੀ। ਕੋਈ ਬਹੁਤੇ ਉਹਦੇ ਵਿੱਚ ਹਾਥੀਆਂ ਵਾਲੇ ਹੋਰ ਗੁਣ ਨਹੀਂ ਸਨ। ਇੱਕ ਭੁੱਲ ਦੇ ਕਾਰਨ ਹਾਥੀ ਦੀ ਜੂਨ ਮਿਲੀ। ਅੰਦਰਲਾ ਜਿਹੜਾ ਸੀ ਉਹਦੇ ਵਿੱਚ ਅਜੇ ਸੁਚੇਤਤਾ ਸੀ ਪਰਮਾਤਮਾ ਦੇ ਨਾਮ ਦੀ, ਬੜੀ ਜਲਦੀ ਹਾਥੀ ਬਣਿਆ ਸੀ। ਇਸ ਕਰਕੇ ਕੁਝ ਪਸ਼ੂ ਐਸੇ ਨੇ ਜਿਹੜੇ ਬੜੀ ਜਲਦੀ ਮਨੁੱਖੀ ਜੂਨ ਤੋਂ ਪਸ਼ੂ ਜੂਨੀ ਵਿੱਚ ਜਾਂਦੇ ਨੇ। ਉਹਨਾਂ ਵਿੱਚ ਮਨੁੱਖ ਦੀਆਂ ਬਿਰਤੀਆਂ ਜਿੰਦਾ ਰਹਿੰਦੀਆਂ ਨੇ, ਸਰੀਰ ਭਾਵੇਂ ਪਸ਼ੂ ਦਾ ਹੁੰਦਾ ਹੈ। ਤੇ ਕੁਝ ਮਨੁੱਖ ਐਸੇ ਨੇ ਜਿਹੜੇ ਇੱਕਦਮ ਕਿਸੇ ਕਾਰਨ ਕਰਕੇ, ਕਿਸੇ ਵੀ ਕਾਰਨ ਪਸ਼ੂ ਦੀ ਦੇਹ ਵਿੱਚੋਂ ਮਨੁੱਖ ਦੀ ਜੂਨ ਵਿੱਚ ਜਨਮ ਲੈ ਲੈਂਦੇ ਨੇ। ਉਹਨਾਂ ਵਿੱਚ ਪਸ਼ੂ ਬਿਰਤੀਆਂ ਬਹੁਤ ਭਾਰੂ ਰਹਿੰਦੀਆਂ ਨੇ, ਕਿਉਂਕਿ ਬੜੀ ਜਲਦੀ ਦੀਆਂ ਛੱਡ ਕੇ ਆਏ ਨੇ। ਇਹ ਹਾਥੀ ਸੀ ਬਣਿਆ ਤੇ ਹੈ ਸੀ ਪਹਿਲਾਂ ਕਿਤੇ ਮਨੁੱਖ ਗਵਈਆ, ਪਾਣੀ ਪੀਣ ਗਿਆ ਦਰਿਆ ਤੋਂ ਹਾਥੀ ਦੇ ਰੂਪ ਵਿੱਚ। ਉੱਥੇ ਤੇਂਦੂਆ ਲੁੱਕ ਕੇ ਬੈਠਾ ਸੀ, ਵੀ ਆਏਗਾ ਤੇ ਪਕੜ ਲਾਂਗਾ। ਉਸਨੇ ਪਕੜ ਲਿਆ, ਪੈਰ ਪਕੜ ਲਿਆ ਇਸਦਾ, ਤੇਂਦੂਏ ਨੇ। ਜਦੋਂ ਪੈਰ ਪਕੜਿਆ ਤੇ ਇਹਨੇ ਬੜਾ ਜ਼ੋਰ ਲਾਇਆ, ਹਾਥੀ ਸੀ, ਪੂਰੀ ਤਾਕਤ ਲਾਈ, ਜ਼ੋਰ ਲਾ ਲਾ ਕੇ ਥੱਕ ਗਿਆ, ਬਲ ਛੁੱਟ ਕੇ ਉਹ ਬਲ ਖਤਮ ਹੋ ਗਿਆ, ਥੱਕ ਗਿਆ। ਬੰਧਨ ਪਰੇ, ਉਸ ਤੇਂਦੂਏ ਨੇ ਬੰਧਨ ਪਾ ਲਿਆ ਇਹਦੇ ਪੈਰਾਂ ਨੂੰ, ਰੋਕ ਲਿਆ। ਕਛੂ ਨਾ ਹੋਤ ਉਪਾਏ, ਨੇ ਬਹੁਤ ਹੱਥ ਪੈਰ ਮਾਰੇ ਪਰ ਕੋਈ ਉਪਾਅ ਨਹੀਂ ਚੱਲਦਾ। ਉਸ ਦਸ਼ਾ ਵਿੱਚ ਜਦੋਂ ਇਹਨੇ ਦੇਖਿਆ ਵੀ ਹੁਣ ਤੇ ਮਾਰ ਦੇਗਾ, ਉਸ ਦਸ਼ਾ ਵਿੱਚ ਇਹਦੇ ਅੰਦਰੋਂ ਅਰਦਾਸ ਨਿਕਲੀ। ਇਹਨੇ ਆਪਣੀ ਸੁੰਡ ਉੱਪਰ ਚੁੱਕ ਕੇ ਆਪਣੀ ਹੀ ਭਾਸ਼ਾ ਵਿੱਚ ਪਰਮਾਤਮਾ ਨੂੰ ਪੁਕਾਰਿਆ, ਤੇ ਉਹ ਭਾਸ਼ਾ ਸੀ ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਦੋਂ ਕਿਸੇ ਮਨੁੱਖ ਨੂੰ ਇੰਨੇ ਬੰਧਨ ਘੇਰ ਲੈਣ ਤੇ ਉਹ ਬੰਧਨਾਂ ਦੇ ਵਿੱਚ ਥੱਕ ਕੇ ਡਿੱਗ ਪਏ, ਕੋਈ ਆਸ ਨਾ ਰਵੇ, ਜੇ ਉਹ ਅਰਦਾਸ ਕਰੇ ਔਰ ਉਸ ਅਰਦਾਸ ਦੇ ਅੰਦਰ ਫਿਰ ਪਰਮਾਤਮਾ ਤੱਕ ਉਹਦੀ ਆਵਾਜ਼ ਜਾਂਦੀ ਹੈ ਔਰ ਉਹਦੇ ਬੰਧਨ ਉਹ ਤੋੜਦਾ ਹੈ। ਅਗਲਾ ਸ਼ਲੋਕ, ਜਿਹਦੇ ਅੰਦਰ ਬਲ ਛੁੱਟ ਕੇ ਹੁਣ ਬੰਧਨ ਛੁੱਟ, ਬਲ ਹੋਵਾ, ਪਹਿਲੇ ਵਿੱਚ ਬਲ ਛੁੱਟ ਗਿਆ, ਅਗਲੇ ਵਿੱਚ ਬਲ ਪੈਦਾ ਹੋਇਆ। ਕਿਵੇਂ ਹੋਇਆ? ਅਰਦਾਸ ਦੁਆਰਾ। ਇਹ ਵਿਸ਼ਾ ਆਪਾਂ ਫਿਰ ਸਵੇਰ ਦੇ ਦੀਵਾਨ ਵਿੱਚ ਕਰਾਂਗੇ। ਸਮਾਂ ਕਾਫੀ ਹੋ ਚੁੱਕਾ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ।